RSS lauds Modi government for lifting ban on government employees' participation in Sangh activities. RSS ਤੇ ਤਾਂ ਪਾਬੰਦੀ ਸੋ ਕਾਲਡ ਫ੍ਰੀ ਭਾਰਤ ਦੇ ਵਿੱਚ 3 ਵਾਰ ਲੱਗੀ। ਇੱਕ ਗਾਂਧੀ ਦੇ ਮਰਡਰ ਤੋਂ ਬਾਅਦ, ਬਿਲਕੁਲ ਇੱਕ ਐਮਰਜੈਂਸੀ ਦੇ ਵੇਲੇ, ਔਰ ਤੀਸਰੀ ਵਾਰ ਜਦੋਂ ਬਾਬਰੀ ਮਸਜਿਦ ਢਾਈ ਗਈ, ਜਿਹੜਾ ਫੁੱਲ ਬੈਨ ਕਿ RSS ਗੈਰ ਕਾਨੂੰਨੀ ਜਥੇਬੰਦੀ ਹੈ। 7 ਨਵੰਬਰ 1966 ਨੂੰ ਉਸ ਜ਼ਮਾਨੇ ਦੇ ਵਿੱਚ ਕੁਝ ਸ਼ੰਕਰਾਚਾਰੀਆਂ ਨੂੰ ਅੱਗੇ ਲਾਇਆ, ਪਿੱਛੇ ਭਾਰਤੀ ਜਨ ਸੰਘ ਸੀ, ਪਰ ਸਭ ਤੋਂ ਬੈਕ ਦੇ ਉੱਤੇ ਜਿਹੜਾ RSS ਦਾ ਸੀ। ਔਰ ਪਾਰਲੀਮੈਂਟ ਨੂੰ ਜਾ ਕੇ ਇਹਨਾਂ ਨੇ ਘੇਰ ਲਿਆ, ਕੱਲਾ ਘੇਰਿਆ ਹੀ ਨਹੀਂ, ਪਾਰਲੀਮੈਂਟ ਦੇ ਵਿੱਚ ਵੜ ਗਏ ਸੀ ਔਰ ਉਦੋਂ ਗੋਲੀ ਚਲਾਈ ਗਈ ਸੀ। ਔਰ ਉਸ ਤੋਂ ਬਾਅਦ ਜਿਹੜਾ ਬਹੁਤ ਸਾਰੇ ਲੋਕ ਮਰੇ ਵੀ ਸੀ। RSS ਬਾਰੇ ਇਹ ਆਰਡਰ ਸੈਂਟਰ ਗਵਰਨਮੈਂਟ ਨੇ ਕੱਢਿਆ ਸੀ ਕਿ ਇਹ ਇੱਕ ਦਹਿਸ਼ਤਗਰਦ ਜਥੇਬੰਦੀ ਹੈ, ਅਰਧ ਸੈਨਿਕ ਜਥੇਬੰਦੀ, ਇਸ ਦਾ ਇੱਕ ਫਿਰਕੂ ਏਜੰਡਾ ਹੈ। ਇਸ ਲਈ ਕੋਈ ਵੀ ਸੈਂਟਰਲ ਗਵਰਨਮੈਂਟ ਦਾ ਮੁਲਾਜ਼ਮ ਜਿਹੜਾ ਹੈ ਇਸ ਦੀਆਂ ਸ਼ਾਖਾਵਾਂ ਦੇ ਵਿੱਚ ਔਰ ਇਸ ਦੀਆਂ ਐਕਟੀਵਿਟੀਜ਼ ਦੇ ਵਿੱਚ ਹਿੱਸਾ ਨਹੀਂ ਲਏਗਾ। ਜਿਨ੍ਹਾਂ ਨੇ 32 ਸਾਲ 35 ਸਾਲ ਜੇਲ੍ਹ ਪੂਰੀ ਕਰ ਲਈ ਹੈ, ਅਦਾਲਤਾਂ ਉਸ ਮਾਮਲੇ ਚੁੱਪ ਨੇ ਵੀ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾਂਦਾ। ਲੇਕਿਨ ਅੱਜ ਅਸੀਂ ਸੁਪਰੀਮ ਕੋਰਟ ਦਾ ਫੈਸਲਾ ਦੇਖਦੇ ਹਾਂ ਕਿ ਉਹ ਟੈਣੀ ਮਿਸ਼ਰਾ ਜਿਹਨੇ ਗੱਡੀ ਚਾੜ ਕੇ 5 ਬੰਦੇ ਮਾਰੇ, 3 ਕਿਸਾਨ, ਇੱਕ ਹਿੰਦੂ ਪੱਤਰਕਾਰ ਔਰ ਇੱਕ ਹੋਰ, ਔਰ ਉਹਦੀ ਜਿਹੜੀ ਹੈ ਅੱਜ ਜ਼ਮਾਨਤ ਕਰਤੀ। ਦਿੱਲੀ ਯੂਨੀਵਰਸਿਟੀ ਦੇ ਵਿੱਚ ਲਾਅ ਇੰਸਟੀਟਿਊਸ਼ਨਸ ਦੇ ਵਿੱਚ ਇਹ ਸਰਕੂਲਰ ਆਉਂਦਾ ਹੈ ਕਿ ਜੀ ਜਿੱਥੇ ਲਾਅ ਪੜ੍ਹਾਇਆ ਜਾਂਦਾ ਹੈ, ਕਨਸਟੀਟਿਊਸ਼ਨ ਜਾਂ ਦੁਨੀਆ ਦੇ ਅੱਡ-ਅੱਡ ਕਨਸਟੀਟਿਊਸ਼ਨ, ਉੱਥੇ ਮਨੂ ਸਿਮਰਤੀ ਨੂੰ ਵੀ ਪੜ੍ਹਾਇਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਸੁਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 22 ਜੁਲਾਈ 2024, 7 ਸਾਵਨ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੇ ਹਾਂ, ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਕਰੰਟ ਇਸ਼ੂ ਤੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਸਰਦਾਰ ਜਸਵੰਤ ਸਿੰਘ ਹੋਠੀ ਜੀ ਹੋਰਾਂ ਵੱਲੋਂ। ਸੋ ਇਹ TV84 ਦੀ ਜਿਹੜੀ ਚੜ੍ਹਦੀ ਕਲਾ ਦੀ ਵੀ ਅਰਦਾਸ ਕਰਦੇ ਨੇ ਔਰ ਜਿਸ ਤਰ੍ਹਾਂ ਕਿ ਆਪਣਾ ਕੌਮੀ ਕਾਰ ਖਾਲਿਸਤਾਨ ਦੀ ਪ੍ਰਾਪਤੀ ਦੀ ਵੀ ਅਰਦਾਸ ਕਰਦੇ ਨੇ। ਔਰ ਇਹਨਾਂ ਦੀ ਇਹੀ ਬੇਨਤੀ ਹੈ ਕਿ TV84 ਬਹੁਤ ਹੀ ਵਧੀਆ ਜਿਹੜਾ ਕੰਮ ਕਰ ਰਿਹਾ ਹੈ। ਸੋ ਇਸ ਦੀ ਵੱਧ ਤੋਂ ਵੱਧ ਜਿਹੜੀ ਹੈ ਤੁਸੀਂ ਸਪੋਰਟ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵੰਤ ਸਿੰਘ ਹੋਠੀ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਭਾਰਤ ਦੇ ਹਵਾਲੇ ਨਾਲ ਕਿ ਮੋਦੀ ਸਰਕਾਰ ਨੇ ਆਪਣੇ ਜਿਹੜੇ ਮੁਲਾਜ਼ਮਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ ਕਿ ਉਹ RSS ਦੀਆਂ ਜਿਹੜੀਆਂ ਗਤੀਵਿਧੀਆਂ ਦੇ ਵਿੱਚ ਖੁੱਲ੍ਹੇ ਤੌਰ 'ਤੇ ਹਿੱਸਾ ਲੈ ਸਕਦੇ ਨੇ। ਮੋਦੀ ਸਰਕਾਰ ਦੇ ਇਸ ਹੁਕਮ ਨਾਲ ਲਗਭਗ 70 ਸਾਲ ਪਹਿਲਾਂ RSS ਦੇ ਜਿਹੜਾ ਲੱਗਿਆ ਬੈਨ ਹੈ ਉਹ ਖਤਮ ਹੋ ਗਿਆ
ਸੋ ਜ਼ਾਹਿਰ ਹੈ ਕਿ ਭਾਰਤ ਹਿੰਦੂ ਰਾਸ਼ਟਰ ਬਣਨ ਦੇ ਬਹੁਤ ਕਰੀਬ ਪਹੁੰਚ ਚੁੱਕਿਆ। ਸੋ ਯਾਦ ਰਹੇ RSS ਦਾ ਜਿਹੜਾ ਸਿਆਸੀ ਨਿਸ਼ਾਨਾ ਹਿੰਦੂ ਹਿੰਦੀ ਹਿੰਦੁਸਤਾਨ ਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ ਜਸਵੰਤ ਸਿੰਘ ਹੋਠੀ ਜਿਹੜੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਨੇ, ਸੈਨ ਹੋਜ਼ੇ ਗੁਰਦੁਆਰਾ ਸਾਹਿਬ ਨਾਲ ਵੀ ਲੰਬਾ ਸਮਾਂ ਜੁੜੇ ਰਹੇ ਔਰ ਹੁਣ ਮਿਲਪੀਟਸ ਦੇ ਵਿੱਚ ਬਹੁਤ ਵੱਡਾ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ। 2 ਹਫ਼ਤੇ ਪਹਿਲਾਂ ਹੀ ਉਸ ਦਾ ਉਦਘਾਟਨ ਹੋਇਆ। ਉਸ ਦੇ ਵੀ ਜਨਰਲ ਸੈਕਟਰੀ ਨੇ। ਨਾਈਸ। 1991-92 ਦੇ ਵਿੱਚ ਹੀ ਉਹਨਾਂ ਦੇ ਨਾਲ ਸਾਡੀ ਪਹਿਲੀ ਮੁਲਾਕਾਤ ਹੋਈ ਜਦੋਂ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਸੈਨ ਹੋਜ਼ੇ ਦੇ ਵਿੱਚ ਹੀ ਉਸ ਦੀ ਸ਼ੁਰੂਆਤ ਕੀਤੀ। ਔਰ ਮੈਨੂੰ ਯਾਦ ਹੈ ਕਿ ਸਾਡੇ ਦਫ਼ਤਰ ਦੇ ਵਿੱਚ ਪਹਿਲਾ ਕੰਪਿਊਟਰ ਵੀ ਔਰ ਬਾਅਦ ਦੇ ਵਿੱਚ ਫੈਕਸ ਮਸ਼ੀਨ ਵੀ ਜਿਹੜੀ ਉਦੋਂ ਬਹੁਤ ਮਹਿੰਗੀ ਹੁੰਦੀ ਸੀ, ਉਹ ਸਰਦਾਰ ਜਸਵੰਤ ਸਿੰਘ ਹੋਠੀ ਹੋਰਾਂ ਨੇ ਹੀ ਡੋਨੇਟ ਕੀਤੀ। ਔਰ ਇਹ ਸਾਰੇ ਪੀਰੀਅਡ ਦੇ ਵਿੱਚ ਚਟਾਨ ਵਾਂਗ ਉਹ ਖੜੇ ਨੇ ਨਾਲ, ਕਿਉਂਕਿ ਪੰਥ ਨੂੰ ਪਿਆਰ ਕਰਦੇ ਨੇ। ਇਹੀ ਨਹੀਂ, ਸਾਡੇ ਨਾਲ ਕਿਤੇ ਵੀ ਕੋਈ ਐਕਟੀਵਿਟੀ ਹੋਏ ਬੇ ਏਰੀਏ 'ਚ ਜਾਂ ਕੈਲੀਫੋਰਨੀਆ 'ਚ, ਤੇ ਉਹਨਾਂ ਦੇ 'ਚ ਜਿਹੜੀ ਆਰਗੇਨਾਈਜੇਸ਼ਨਲ ਸਕਿੱਲਸ ਨੇ, ਕਿੰਨੇ ਬੰਦੇ ਲੈ ਕੇ ਆਉਣਾ, ਕਿੰਨਿਆਂ ਦਾ ਲੰਗਰ ਤਿਆਰ ਹੋਣਾ, ਕਿੰਨਿਆਂ ਦਾ ਪ੍ਰਬੰਧ, ਔਰ ਉਹਨਾਂ ਦਾ ਇਹ ਹੁੰਦਾ ਜੀ ਬਸ ਮੈਨੂੰ ਤੁਸੀਂ ਦੱਸ ਦਿਓ ਵੀ ਕਰਨਾ ਕੀ ਹੈ, ਬਾਕੀ ਅਸੀਂ ਸਾਂਭ ਲਾਂਗੇ। ਔਰ ਇਹ ਪੂਰੀ ਨਿਸ਼ਠਾ ਦੇ ਨਾਲ, ਵਿਸ਼ਵਾਸ ਦੇ ਨਾਲ ਇਸ ਰਸਤੇ ਦੇ ਉੱਤੇ ਤੁਰੇ ਹੋਏ ਨੇ। ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਵੀਕਐਂਡ ਦੇ ਉੱਤੇ ਡਿਵੈਲਪਮੈਂਟਸ ਤਾਂ ਬਹੁਤ ਸਾਰੀਆਂ ਹੋਈਆਂ। ਖਾਸ ਤੌਰ 'ਤੇ ਦੁਨੀਆ ਦੇ ਵਿੱਚ ਜਿਹੜੀ ਮੁੱਖ ਖਬਰ ਜਿਹਨੇ ਬਾਕੀ ਖਬਰਾਂ ਸਾਰੀਆਂ ਲੁਕੋ ਲਈਆਂ, ਉਹ ਤਾਂ ਪ੍ਰੈਜ਼ੀਡੈਂਟ ਬਾਈਡਨ ਦਾ ਸਡਨ ਐਲਾਨ ਸੀ ਕਿ ਉਹ ਪ੍ਰੈਜ਼ੀਡੈਂਸ਼ੀਅਲ ਰੇਸ 'ਚੋਂ ਵਿਦਡਰਾ ਕਰ ਰਹੇ ਨੇ। ਈਵਨ ਜਿਹੜੇ ਉਹਨਾਂ ਦੇ ਚੀਫ ਆਫ ਸਟਾਫ ਔਰ ਉਹਨਾਂ ਦੇ EMPLOYEES ਨੂੰ ਵੀ ਸਿਰਫ 1 ਮਿੰਟ ਪਹਿਲਾਂ ਪਤਾ ਲੱਗਾ ਕਿ ਬਾਈਡਨ ਇਹ ਅਨਾਉਂਸਮੈਂਟ ਕਰਨ ਜਾ ਰਹੇ ਨੇ। ਹਾਲਾਂਕਿ ਉਹਨਾਂ ਦਾ ਡੀਟੇਲ 'ਚ ਜਿਹੜਾ ਨੇਸ਼ਨ ਨੂੰ ਐਡਰੈਸ ਹੋਏਗਾ, ਉਹ ਇਸ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਅਮਰੀਕਾ ਵਾਸੀਆਂ ਨੂੰ ਐਡਰੈਸ ਕਰਨਗੇ। ਹਾਲ ਦੀ ਘੜੀ ਉਹਨਾਂ ਦੀ ਇੱਕ ਬਰੀਫ ਸਟੇਟਮੈਂਟ ਹੈ ਜਿਹਨੂੰ ਅਸੀਂ ਸਾਂਝਾ ਕਰਾਂਗੇ। ਪਰ ਇਸ ਦੇ ਨਾਲ ਕਾਫੀ ਕੁਝ, ਕਿਉਂਕਿ ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ ਤੇ ਜ਼ਾਹਰ ਹੈ ਅਮਰੀਕਾ ਸੁਪਰ ਪਾਵਰ ਔਰ ਅਮਰੀਕਾ ਦਾ ਪ੍ਰੈਜ਼ੀਡੈਂਟ ਸਭ ਤੋਂ ਪਾਵਰਫੁਲ। ਜੇ ਕਹਿਣਾ ਹੋਏ ਕਿ 8 ਬਿਲੀਅਨ ਲੋਕ ਜਿਹੜੇ ਇਸ ਪਲੈਨਟ ਤੇ ਵਸਦੇ ਨੇ, ਉਹਨਾਂ ਦੀ ਕਿਸਮਤ ਦਾ ਫੈਸਲਾ, ਕਿਸਮਤ ਘੱਟੋ ਘੱਟ ਦੁਨਿਆਵੀ, ਬਾਕੀ ਤਾਂ ਰੱਬ ਦੇ ਕੋਲ ਹੈ। ਉਹ ਘੱਟੋ ਘੱਟ ਰੱਬ ਨੇ ਜਿਹੜਾ ਹੈ ਉਹ ਇਸ ਮੁਲਕ ਨੂੰ ਔਰ ਇਸ ਦੇ ਪ੍ਰੈਜ਼ੀਡੈਂਟ ਨੂੰ ਉਹ ਤਾਕਤਾਂ ਦਿੱਤੀਆਂ ਨੇ ਕੋਈ ਵੀ ਫੈਸਲਾ ਕਿਸੇ ਪਾਸੇ ਦਾ ਵੀ। ਔਰ ਇਹ ਇੱਕ ਬੜੀ ਇੰਟਰਸਟਿੰਗ ਰੇਸ ਬਣੀ ਹੋਈ ਸੀ ਪਹਿਲਾਂ ਹੀ। ਔਰ ਪ੍ਰੈਜ਼ੀਡੈਂਟ ਬਾਈਡਨ ਦੇ ਵਿਦਡਰਾ ਕਰਨ ਤੋਂ ਬਾਅਦ ਕਮਲਾ ਹੈਰਿਸ ਜਿਸ ਨੂੰ ਐਂਡੋਰਸ ਕੀਤਾ ਬਾਈਡਨ ਨੇ, ਅੱਜ ਨੈਂਸੀ ਪੈਲੋਸੀ ਨੇ ਵੀ ਐਂਡੋਰਸ ਕੀਤਾ। ਸੋ ਇਸ ਟੌਪਿਕ ਨੇ ਬਹੁਤ ਸਾਰੀਆਂ ਹੋਰ ਖਬਰਾਂ ਜਿਹੜੀਆਂ ਡਿਵੈਲਪ ਹੋ ਵੀ ਰਹੀਆਂ ਸੀ, ਉਹ ਸਾਰੇ ਪਿੱਛੇ ਚਲੀਆਂ ਗਈਆਂ। ਜਿਵੇਂ ਬੰਗਲਾਦੇਸ਼ ਦੇ ਵਿੱਚ ਬਹੁਤ ਸਾਰੀ ਹਿੰਸਾ, ਸੈਂਕੜਿਆਂ ਲੋਕ ਗੋਲੀਆਂ ਨਾਲ ਮਾਰੇ ਗਏ, ਇਸ਼ੂ ਰਿਜ਼ਰਵੇਸ਼ਨ ਦਾ। ਲੇਕਿਨ ਅਸੀਂ ਦੇਖਦੇ ਹਾਂ ਕਿ ਫਾਈਨਲੀ ਉਹਨਾਂ ਦੇ ਸੁਪਰੀਮ ਕੋਰਟ ਨੇ ਜਿਹੜਾ ਉਹ ਜਿਹੜੀ ਰਿਜ਼ਰਵੇਸ਼ਨ ਸੀ ਉਹ ਸਟ੍ਰਾਈਕ ਡਾਊਨ ਕਰ ਦਿੱਤੀ। ਉੱਥੇ ਕੋਈ ਰਿਜ਼ਰਵੇਸ਼ਨ ਜ਼ਾਤ ਪਾਤ ਆਧਾਰਿਤ ਜਾਂ ਸ਼ਡਿਊਲ ਕਾਸਟ ਬੈਕਵਰਡ ਕਲਾਸਿਸ ਦੀ ਨਹੀਂ ਹੈ। ਉਹਨਾਂ ਨੇ 1971 ਦੇ ਵਿੱਚ ਜਦੋਂ ਬੰਗਲਾਦੇਸ਼ ਲਿਬਰੇਟ ਕਰਾਉਣ ਦਾ, ਜਿਹਦੇ ਲਈ ਲਫ਼ਜ਼ ਇੰਡੀਅਨਸ ਇਸਤੇਮਾਲ ਕਰਦੇ ਨੇ, ਅਸੀਂ ਤਾਂ ਪਾਕਿਸਤਾਨ 'ਚ 2 ਹਿੱਸਿਆਂ ਨੂੰ ਤੋੜਨ ਦੀ ਗੱਲ ਕਰਦੇ ਹਾਂ। ਔਰ ਉਸ ਦੌਰ ਦੇ ਵਿੱਚ ਜਿਹੜੀ ਇੰਡੀਅਨ ਫੌਜ ਨੇ ਜਨਰਲ ਸੁਬੇਕਸ ਦੀ ਕਮਾਂਡ ਥੱਲੇ ਮੁਕਤੀ ਵਾਹਿਨੀ ਬਣਾਈ, ਔਰ ਜਿਹੜੇ ਉਦੋਂ ਭਰਤੀ ਹੋ ਕੇ ਨਾਲ ਲੜਦੇ ਲੁੜਦੇ ਰਹੇ, ਉਹਨਾਂ ਨੂੰ 30% ਤੋਂ ਜ਼ਿਆਦਾ ਉਹਨਾਂ ਦੇ ਅੱਗੋਂ ਬੱਚਿਆਂ ਨੂੰ ਜਾਂ ਪੋਤੇ ਪੋਤੀਆਂ ਨੂੰ, ਹੁਣ ਤਾਂ ਇਸ ਗੱਲ ਨੂੰ ਵੀ 60 ਸਾਲ ਹੋ ਗਏ ਨੇ, ਜਿਹੜਾ ਉਹ ਰਿਜ਼ਰਵੇਸ਼ਨ ਸਕੂਲਾਂ ਕਾਲਜਾਂ ਦੇ ਵਿੱਚ, ਨੌਕਰੀਆਂ 'ਚ। ਔਰ ਇਹਨੂੰ ਲੈ ਕੇ ਸਟੂਡੈਂਟਸ ਦੇ ਵਿੱਚ ਵੀ ਕਾਫੀ ਬੇਚੈਨੀ ਸੀ। ਔਰ ਇਸ ਦੀ ਜਦੋਂ ਉਹਨਾਂ ਨੇ ਸਟੂਡੈਂਟਸ ਨੇ ਮੰਗ ਕੀਤੀ ਕਿ ਭਾਈ ਇਵੇਂ ਕੀਤਾ ਜਾਏ, ਇਹਨੂੰ ਖਤਮ ਕੀਤਾ ਜਾਏ, ਤੇ ਸ਼ੇਖ ਹਸੀਨਾ ਜਿਹੜੀ ਰਾਹ ਦੇ ਏਜੰਡੇ ਦਾ ਹੀ ਕੰਮ ਕਰਦੀ ਆ, ਉਹਨੇ ਕਿਹਾ ਜੀ ਇਹ ਤਾਂ ਉਹੀ ਤਾਕਤਾਂ ਨੇ ਜਿਹੜੀਆਂ ਪਾਕਿਸਤਾਨ ਦੇ ਨਾਲ ਰਲੀਆਂ ਹੋਈਆਂ ਸੀ 71 'ਚ ਔਰ ਬੰਗਲਾਦੇਸ਼ ਦੇ ਖਿਲਾਫ ਸੀ। ਇਸ ਦਾ ਬਹੁਤ ਗੁੱਸਾ ਕੀਤਾ, ਬਹੁਤ ਜ਼ਬਰਦਸਤ ਉੱਥੇ ਪ੍ਰੋਟੈਸਟ ਸ਼ੁਰੂ ਹੋਏ। ਪੁਲਿਸ ਨੇ ਵੀ ਗੋਲੀ ਚਲਾਈ। ਉਹਦਾ ਐਗਜ਼ੈਕਟ ਫਿਗਰ ਡੈਥਸ ਦੀ ਉਹ ਸੈਂਕੜਿਆਂ ਦੇ ਵਿੱਚ ਹੈ, ਪਰ ਐਗਜ਼ੈਕਟ ਫਿਗਰ ਸਾਹਮਣੇ ਨਹੀਂ ਆਈ। ਸੋ ਇਹ ਬਹੁਤ ਵੱਡੀ ਖਬਰ, ਕਿਉਂਕਿ ਜਦੋਂ ਅਸੀਂ ਭਾਰਤ ਦੇ ਹਵਾਲੇ ਨਾਲ ਗੱਲ ਕਰਦੇ ਤੇ ਆਲਰੇਡੀ ਬਾਕੀ ਗੁਆਂਢੀ ਮੁਲਕ ਜਾਂ ਸਾਰਕ ਜਿਹੜੀ ਬਾਡੀ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਜਿਹੜਾ ਇਸ ਸਾਊਥ ਏਸ਼ੀਆ,
ਇਸ ਦੀ ਗੱਲ ਹੈ ਉਹਦੇ 'ਚ ਲੈ ਦੇ ਕਿ ਬੰਗਲਾਦੇਸ਼ ਹੀ ਹੈ ਜਿਹੜਾ ਭਾਰਤ ਦੇ ਆਰਬਿਟ 'ਚ ਘੁੰਮ ਰਿਹਾ ਸੀ। ਸੋ ਉਹਦੇ 'ਚ ਇਨਫਲਕਸ ਵੀ ਇੱਧਰ ਸ਼ੁਰੂ ਹੋਇਆ, ਬਹੁਤ ਸਾਰੇ ਲੋਕ ਉੱਥੋਂ ਜਿਹੜੇ ਨੇ ਉਹ ਨਿਕਲ ਕੇ ਵੈਸਟ ਬੰਗਾਲ ਵਾਲੇ ਬਾਰਡਰ ਤੇ ਆਏ। ਮਮਤਾ ਬੈਨਰਜੀ ਨੇ ਵੈਲਕਮ ਕੀਤਾ। ਇਹ ਵੀ ਆਪਣੇ ਥਾਂ ਤੇ ਡਿਬੇਟ ਚੱਲ ਰਹੀ ਹੈ। ਪਰ ਜਿਹੜੀ ਖਬਰ ਅਸੀਂ ਲੀਡ ਸੈਗਮੈਂਟ 'ਚ ਡਿਸਕਸ ਕਰ ਰਹੇ ਹਾਂ, ਕਿਉਂਕਿ ਕੁਝ ਖਬਰਾਂ ਜੋ ਕੁਝ ਭਾਰਤ ਦੇ ਵਿੱਚ ਚੱਲ ਰਿਹਾ, ਮੁਸਲਮਾਨਾਂ ਦੀ ਲਿੰਚਿੰਗ, ਉਹ ਤਾਂ ਇੱਕ ਸਟੇਟ ਮੱਧ ਪ੍ਰਦੇਸ਼ ਹੋਏ, ਰਾਜਸਥਾਨ ਹੋਏ, ਉੱਤਰਾਖੰਡ ਹੋਏ ਜਾਂ ਯੂਪੀ ਹੋਏ ਜਾਂ ਗੁਜਰਾਤ, ਜਿਹੜੀਆਂ ਭਾਰਤੀ ਰੂਲ ਸਟੇਟਸ ਨੇ ਉਹਨਾਂ ਦੇ ਵਿੱਚ ਹੁੰਦੀ ਹੈ ਔਰ ਉਹ ਬਿਲਕੁਲ ਖਬਰ ਹੀ ਗਾਇਬ ਹੋ ਜਾਂਦੀ ਹੈ। ਹੁਣ ਤਾਂ ਜੇ ਖਬਰ ਲੱਗਦੀ ਵੀ ਹੈ, ਇਹਦੇ ਬਾਵਜੂਦ ਕਿ ਆਪੋਜੀਸ਼ਨ ਤਗੜੀ ਹੋ ਕੇ ਪਾਰਲੀਮੈਂਟ 'ਚ ਆਈ ਹੈ, ਬੀਜੇਪੀ 240 ਸੀਟਾਂ ਤੇ ਸਿਮਟੀ ਹੈ, ਪਰ ਅਸੀਂ ਨਹੀਂ ਕਿਤੇ ਦੇਖਿਆ ਕਿ ਭਾਈ ਰਾਹੁਲ ਗਾਂਧੀ ਜਾਂ ਆਪੋਜੀਸ਼ਨ ਹੋਰ ਪਾਰਟੀਆਂ ਦੇ ਜਿਹੜੇ ਨੇ ਉਹਨਾਂ ਘਰਾਂ 'ਚ ਜਾਂਦੇ ਹੋਣ ਜਾਂ ਉਹਨਾਂ ਮੁਸਲਮਾਨਾਂ ਦੇ ਨਾਲ ਸਿੰਪੈਥਾਈਜ਼ ਕਰਦੇ ਹੋਣ ਜਿਨ੍ਹਾਂ ਦੀ ਲਿੰਚਿੰਗ ਜਾਂ ਜਿਨ੍ਹਾਂ ਦੇ ਉੱਤੇ ਅਟੈਕ ਹੁੰਦੇ ਨੇ। ਔਰ ਇਸੇ ਪੀਰੀਅਡ ਦੇ ਵਿੱਚ ਜਿਹੜੀ ਇੱਕ ਹੋਰ ਖਬਰ ਜਿਸ ਨੂੰ ਜੇ ਅੱਜ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਤੇ ਮੋਟੀ ਕਿਤੇ ਖਬਰ ਬਣੀ ਹੈ, ਨਹੀਂ ਤਾਂ ਇਹਨੂੰ ਗਾਇਬ ਹੀ ਕਰ ਦਿੱਤਾ ਗਿਆ ਸੀ। ਹਿੰਦੂਤਵਾਦ ਦੇ ਏਜੰਡੇ ਵਾਲੀ RSS ਜਮਾਤ ਨੇ ਖਾਸ ਤੌਰ ਤੇ ਜਦੋਂ ਤੋਂ 2014 ਤੋਂ ਮੋਦੀ ਪਾਵਰ ਦੇ ਵਿੱਚ ਆਇਆ, ਵੈਸੇ ਤਾਂ ਇਹ ਜਿਹੜਾ ਸੋ ਕਾਲਡ ਹਿੰਦੂ ਤਿਉਹਾਰਾਂ ਦੇ ਨਾਂ ਥੱਲੇ ਹਿੰਦੂਆਂ ਨੂੰ ਲਾਮਬੱਧ ਕਰਨ ਦੀ ਲਾਈਨ, ਇਹ ਤਾਂ ਜਦੋਂ ਪਹਿਲੀ ਵਾਰ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਬਣਦੀ ਹੈ, ਜਦੋਂ ਕਿ ਆਲਮੋਸਟ 5 ਸਾਲ ਉਹਨੇ ਪੂਰੇ ਕੀਤੇ। ਉਸ ਤੋਂ ਪਹਿਲਾਂ ਤਾਂ 13 ਦਿਨ ਵੀ ਰਿਹਾ, 13 ਮਹੀਨੇ ਵੀ ਰਹੀ ਸਰਕਾਰ, ਤੇ ਉਦੋਂ ਹੀ ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਸੀ ਸੁਸ਼ਮਾ ਸਵਰਾਜ ਨੇ ਲਈ, ਔਰ ਹਿਊਮਨ ਰਿਸੋਰਸ ਡਿਪਾਰਟਮੈਂਟ ਡਿਵੈਲਪਮੈਂਟ ਜਿਹੜੀ ਹੈ ਦਾ ਡਿਪਾਰਟਮੈਂਟ ਉਹ ਮੁਰਲੀ ਮਨੋਹਰ ਜੋਸ਼ੀ ਨੇ ਲਿਆ। ਔਰ ਉਹਦੇ 'ਚ ਉਹਨਾਂ ਨੇ ਟੈਲੀਵਿਜ਼ਨ ਰਾਹੀਂ ਉਹੀ ਕੋਈ ਸੰਤੋਸ਼ੀ ਮਾਤਾ ਦਾ ਵਰਤ ਕੋਈ ਹੋਰ, ਔਰ ਉਹ ਦਿਨ ਵੀ ਜਿਹੜੇ ਨੇ ਹੁਣ ਪੰਜਾਬ 'ਚ ਕਦੇ ਨਹੀਂ ਸੀ ਕਿ ਜੀ ਕੋਈ ਉਹ ਜਿਹੜਾ ਗਣੇਸ਼ ਹੈ ਉਸ ਦਾ ਵਿਸਰਜਨ ਕੀਤਾ ਜਾਂਦਾ ਹੈ, ਪਰ ਉਹਨਾਂ ਨੇ ਇਸ ਲੈਵਲ ਦੇ ਉੱਤੇ ਉਹਨੂੰ ਪ੍ਰਚਾਰਿਆ ਕਿ ਅੱਜ ਸਾਲ ਦੇ ਕੈਲੰਡਰ 'ਚ ਸ਼ਾਇਦ ਹੀ ਕੋਈ ਦਿਨ ਬਚਿਆ ਹੋਏ ਜਿਸ ਦਿਨ ਕੋਈ ਨਾ ਕੋਈ ਸਰਕਾਰੀ ਐਨਕਰੇਜਮੈਂਟ ਦੇ ਨਾਲ ਕੋਈ ਹਿੰਦੂ ਤਿਉਹਾਰ ਨਾ ਮਨਾਇਆ ਜਾਂਦਾ ਹੋਏ। ਲੇਕਿਨ ਜਦੋਂ ਯੋਗੀ ਆਦਿੱਤਿਆਨਾਥ ਯੂਪੀ ਦਾ ਚੀਫ ਮਿਨਿਸਟਰ ਬਣਦਾ ਹੈ ਔਰ ਮੋਦੀ ਜ਼ਾਹਰ ਹੈ 2014 ਦੇ ਵਿੱਚ ਪ੍ਰਾਈਮ ਮਿਨਿਸਟਰ ਬਣਦਾ ਪਹਿਲੀ ਵਾਰ, ਸੋ ਉਹਨਾਂ ਨੇ ਇੱਕ ਅਜੀਬੋ-ਗਰੀਬ ਜਿਹਾ ਦਿਨ ਜਿਹਨੂੰ ਉਹਨਾਂ ਨੇ ਕੰਵਾੜੀਆ ਜਿਹੜਾ ਯਾਤਰਾ ਦਾ ਨਾਂ ਦਿੱਤਾ। ਹੁਣ ਕੰਵਾੜੀ ਵੈਸੇ ਇੱਕ ਪੌਟ ਨੂੰ ਕਿਹਾ ਜਾਂਦਾ, ਇੱਕ ਮਿੱਟੀ ਦਾ ਜੋ ਉਹਨੂੰ ਤੁਸੀਂ ਜਿਹੜਾ ਉਹ ਝੱਜਰੀ ਵਾਂਗ ਹੁੰਦੀ ਹੈ ਜਾਂ ਘੜੇ ਵਾਂਗ ਹੁੰਦਾ, ਔਰ ਇਹ ਕੰਵਾਰੀਏ ਜਿਹੜੇ ਇਸ ਯਾਤਰਾ ਦਾ ਨਾਂ ਰੱਖਿਆ ਗਿਆ ਕੰਵਾੜੀਆ ਯਾਤਰਾ। ਵੈਸੇ ਮੈਂ ਤਾਂ ਕਬਾੜੀਆ ਹੀ ਕਹਿੰਦਾ, ਹਾਲਾਂ ਉਹਦੇ 'ਚੋਂ ਬੇਰੁਜ਼ਗਾਰ ਕਿਸਮ ਦੇ ਨੌਜਵਾਨ ਤੇ ਦੂਜੇ ਇਕੱਠੇ ਕੀਤੇ ਹੁੰਦੇ ਨੇ, ਬਟ ਇਸ ਕੰਵਾੜੀਆ ਯਾਤਰਾ 'ਚ ਉਹਨਾਂ ਨੇ ਕਿਹਾ ਜੀ ਕਿ ਇਹ ਪਹਿਲੀ ਸਾਵਣ ਨੂੰ ਗੰਗਾ 'ਚੋਂ ਪਾਣੀ ਲੈਣਗੇ, ਗੰਗਾ ਦਰਿਆ 'ਚੋਂ, ਔਰ ਫਿਰ ਜਿੱਥੇ ਜਿੱਥੇ ਸ਼ਿਵ ਮੰਦਰ ਨੇ ਉੱਥੇ ਉਹ ਜਾ ਕੇ ਸ਼ਿਵਲਿੰਗ ਨੂੰ ਜਿਹੜਾ ਗੰਗਾ ਜਲ ਨਾਲ ਇਸ਼ਨਾਨ ਕਰਾਉਣਗੇ। ਹੁਣ ਕਿਉਂਕਿ ਉਹਨੂੰ ਬਣਾਤਾ ਕਿ ਜੀ ਇਹ ਜਿਹੜੀ ਕੰਵਾੜੀਆ ਯਾਤਰਾ ਹੈ ਇਹ ਪਵਿੱਤਰ ਗੰਗਾ ਜਲ ਹੈ, ਕੋਈ ਵੀ ਚੀਜ਼ ਇਹਦੀ ਛੋਹ ਦੇ ਵਿੱਚ ਆਏਗੀ ਤੇ ਇਹ ਜਲ ਅਪਵਿੱਤਰ ਹੋ ਜਾਏਗਾ। ਔਰ ਪਿਛਲੇ ਸਾਲਾਂ 'ਚ ਵੀ ਇਹ ਹੋਇਆ, ਪਿਛਲੇ ਸਾਲ ਵੀ ਜਿੱਥੋਂ ਜਿੱਥੋਂ ਦੀ ਇਹ ਗੁੰਡੇ ਕਿਸਮ ਦੇ ਲੋਕ ਜਿਨ੍ਹਾਂ ਨੂੰ ਬੜੀ ਧੂਮ-ਧਾਮ ਨਾਲ, ਔਰ ਆਦਿੱਤਿਆਨਾਥ ਯੋਗੀ ਜਦੋਂ ਇਹ ਉੱਥੋਂ ਯਾਤਰਾ ਸ਼ੁਰੂ ਹੁੰਦੀ ਹੈ ਉਸ ਦੇ ਉੱਤੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਔਰ DC ਕਲੈਕਟਰ ਉਹਦੇ ਸਵਾਗਤ ਦੇ ਵਿੱਚ। ਔਰ ਲਾਸਟ ਟਾਈਮ ਵੀ ਇਹ ਹੋਇਆ ਵੀ ਜਿੱਥੋਂ ਜਿੱਥੋਂ ਇਹ ਗੁੰਡੇ ਕੰਵਾਰੀਏ ਲੰਘੇ ਰਾਹ ਦੇ ਵਿੱਚ ਉਹਨਾਂ ਨੇ ਗੱਡੀਆਂ ਤੋੜਤੀਆਂ, ਬੱਸਾਂ ਜੋ ਵੀ ਉਹਨਾਂ ਦੇ ਹੱਥ 'ਚ ਆਇਆ ਉਸ ਨੂੰ ਕਿ ਜੀ ਇਹ ਸਾਡੇ ਰਾਹ ਦੀ ਰੁਕਾਵਟ ਨੇ। ਇਸ ਦਾ ਬੜੀ ਚਰਚਾ ਹੋਈ, ਪਰ ਉਹ ਸਈਆਂ ਭੈ ਕੋਤਵਾਲ ਤੋਂ ਡਰ ਕਾਹੇਗਾ। ਹੁਣ ਇਸ ਵਾਰ ਜਿਹੜੀ ਖਬਰ ਅੱਜ ਜਦੋਂ ਸੁਪਰੀਮ ਕੋਰਟ ਨੇ ਇਹਦੇ ਤੇ ਫੈਸਲਾ ਦਿੱਤਾ, ਕਿਉਂਕਿ RSS ਦੇ ਇਸ ਏਜੰਡੇ ਨਾਲ ਸੰਬੰਧਿਤ 2-3 ਖਬਰਾਂ ਦਾ ਮੈਂ ਜ਼ਿਕਰ ਕਰਾਂਗਾ ਮੇਨ ਖਬਰ ਵਾਲਾ ਆਉਣ ਤੋਂ ਪਹਿਲਾਂ, ਕਿ ਉਹਨਾਂ ਨੇ ਯੂਪੀ ਦੇ ਜਿੱਥੋਂ ਜਿੱਥੋਂ ਇਹ ਗੁਜ਼ਰਨੀ ਸੀ ਉਹਨਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਨੇ ਜਾਂ SPs ਨੇ ਜਿਹੜੇ ਰਾਹ ਦੇ ਵਿੱਚ ਹੋਟਲ ਦੁਕਾਨਾਂ ਦੂਜੇ ਤੀਜੇ ਸੀ, ਉਹਨਾਂ ਨੂੰ ਇਹ ਹੁਕਮ ਚਾੜਿਆ ਕਿ ਜੀ ਇਹ ਜਿੱਥੋਂ ਦੀ ਲੰਘਣਾ ਹੈ ਹੋਟਲ ਵਾਲੇ ਜਾਂ ਦੁਕਾਨਾਂ ਵਾਲੇ ਦੁਕਾਨਾਂ ਦੇ ਬਾਹਰ ਨਾਂ ਲਿਖਣ ਕਿ ਇਹਦਾ ਮਾਲਕ ਕੌਣ ਹੈ, ਨੌਕਰ ਕੌਣ ਨੇ, ਕੌਣ ਇਹਦੇ 'ਚ ਕੰਮ ਕਰਨ ਵਾਲਾ ਹੈ। ਜ਼ਾਹਰ ਹੈ ਕਿ ਇਹ ਮੁਸਲਮਾਨਾਂ ਨੂੰ ਜਿਹੜਾ ਉੱਥੋਂ ਭਜਾਉਣ ਦੀ ਲਾਈਨ ਹੈ, ਔਰ ਠੀਕ ਉਸ ਦਾ ਅਸਰ ਵੀ ਹੋਇਆ, ਕਿਉਂਕਿ ਇਸ ਤੋਂ ਬਾਅਦ ਜੇ ਕਿਸੇ ਹੋਟਲ ਦੇ ਵਿੱਚ ਕੋਈ ਮੁਸਲਮਾਨ ਮੁਲਾਜ਼ਮ ਸੀ ਉਹਦੀ ਛੁੱਟੀ ਕਰ ਦਿੱਤੀ ਗਈ, ਜਿਹੜੇ ਹੋਰ ਕੋਈ ਮੁਸਲਮਾਨ ਮਾਲਕ ਸੀ ਉਹਨਾਂ ਨੇ ਵੈਸੇ ਹੀ ਜੰਦੇ ਲਾ ਦਿੱਤੇ ਕਿ ਔਰ ਇਹ
ਪਹਿਲੀ ਸਾਵਣ ਤੋਂ ਸ਼ੁਰੂ ਹੋ ਕੇ ਜਿਹੜੀ ਕਿ ਆਲਰੇਡੀ 3 ਦਿਨ ਇਸ ਨੂੰ ਹੋ ਗਏ ਨੇ, ਅਜੇ ਅਗਲੇ 3 ਹਫ਼ਤੇ 1 ਅਗਸਤ ਕਿ ਕਿੰਨੀ ਪਤਾ ਨਹੀਂ 13 ਅਗਸਤ ਤੱਕ ਕਿ ਕਦੋਂ ਤੱਕ ਚੱਲਣੀ ਹੈ। ਸੋ ਮਤਲਬ ਇਹ ਜਿਹੜਾ ਇਹ ਸੋਚਿਆ ਜਾ ਰਿਹਾ ਸੀ ਕਿ ਵੀ ਪਾਰਲੀਮੈਂਟ ਚੋਣਾਂ ਤੋਂ ਬਾਅਦ ਕਿਉਂਕਿ ਇਹਨਾਂ ਨੂੰ ਝਟਕਾ ਲੱਗਾ 240 ਸੀਟਾਂ ਤੇ ਸਿਮਟ ਗਏ ਨੇ, ਇਹਨਾਂ ਦਾ ਹਿੰਦੂਤਵਾ ਦਾ ਏਜੰਡਾ, ਕਿਉਂਕਿ ਜਿਹੜੀ ਅਯੁੱਧਿਆ ਦੀ ਸੀਟ ਵੀ ਹਾਰੇ, ਜਗਨਨਾਥਪੁਰੀ ਦੀ ਵੀ ਹਾਰੇ, ਬਨਾਰਸ ਦੇ ਵਿੱਚ ਜਿੰਨੇ ਘੱਟ ਵੋਟਾਂ ਦੇ ਨਾਲ ਇਸ ਵਾਰ ਮੋਦੀ ਜਿੱਤਿਆ, ਕੋਈ ਵੀ ਇੰਡੀਆ ਦਾ ਪ੍ਰਾਈਮ ਮਿਨਿਸਟਰ ਕਦੇ ਵੀ ਇੰਨੀਆਂ ਘੱਟ ਵੋਟਾਂ ਨਾਲ ਨਹੀਂ ਸੀ ਜਿੱਤਿਆ। ਈਵਨ ਅਸੀਂ ਜਦੋਂ ਕਹਿੰਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਜ਼ਿਆਦਾ ਵੋਟਾਂ ਲਈਆਂ ਨੇ, ਲਗਭਗ 2 ਲੱਖ ਵੋਟਾਂ ਦੇ ਫਰਕ ਨਾਲ ਵਿਰੋਧੀ ਨੂੰ ਚਿੱਤ ਕੀਤਾ। ਸੋ ਕੁਝ ਹਲਕਿਆਂ ਨੂੰ ਲੱਗਦਾ ਸੀ ਕਿ ਵੀ ਇਹ ਹੁਣ ਕਿਉਂਕਿ ਇਹਨਾਂ ਦੀ ਆਪਣੀ ਐਬਸੋਲੂਟ ਮੈਜੋਰਿਟੀ ਵੀ ਨਹੀਂ ਹੈ, ਤੇਲਗੂ ਦੇਸਮ ਔਰ ਨਤੀਸ਼ ਕੁਮਾਰ ਦੀ ਪਾਰਟੀ ਦੇ ਸਿਰ ਦੇ ਉੱਤੇ ਖੜੇ ਨੇ, ਸ਼ਾਇਦ ਇਹਨਾਂ ਨੂੰ ਇਹ ਸਮਝ ਆਏ ਕਿ ਜੀ ਜਿਹੜਾ ਉਹ ਉਹਨਾਂ ਦਾ ਏਜੰਡਾ ਬੈਕਫਾਇਰ ਕੀਤਾ ਹੈ, ਹਿੰਦੂ ਤੀਰਥਾਂ ਤੋਂ ਵੀ ਉਹਨਾਂ ਨੂੰ ਡਿਫੀਟ ਹੋਈ ਹੈ। ਪਰ ਇਸ ਤਰ੍ਹਾਂ ਲੱਗਦਾ ਹੈ ਕਿ ਵੀ ਰਾਦਰ ਇਸ ਦੇ ਉਲਟ ਜਿਵੇਂ ਇਸ ਗੱਲ ਨੇ ਰਿਐਕਸ਼ਨ ਕੀਤਾ ਹੁੰਦਾ ਹੈ, ਉਹ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਵੀ ਹੁਣ ਅਸੀਂ ਧੱਕੇ ਨਾਲ ਜਿਹੜਾ ਹੈ ਉਹ ਹਿੰਦੂਤਵਾ ਦਾ ਏਜੰਡਾ ਲਾਗੂ ਕਰਾਂਗੇ। ਔਰ ਉਸ ਦੀ ਉਦਾਹਰਣ ਪਹਿਲੀ ਤਾਂ ਇਹੀ ਹੈ ਕਿ ਇਹ ਜਿਹੜੀ ਕੰਵਾੜੀਆ ਯਾਤਰਾ ਹੈ ਇਸ ਨੂੰ ਕਿਵੇਂ ਓਕੇ ਕੀਤੀ ਗਈ, ਆਲਰੇਡੀ ਕਿੰਨਾ ਖੌਫ ਪੈਦਾ ਕੀਤਾ। ਹਾਲਾਂ ਅੱਜ ਜਦੋਂ ਅਸੀਂ ਸੁਪਰੀਮ ਕੋਰਟ ਦਾ ਆਰਡਰ ਦੇਖਦੇ ਤੇ ਇਸ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜਾ ਅੱਜ ਨੋਟਿਸ ਲਿਆ, ਸੁਪਰੀਮ ਕੋਰਟ ਨੇ ਯੂਪੀ ਗਵਰਨਮੈਂਟ ਦੇ ਇਸ ਆਰਡਰ ਨੂੰ ਸਟੇ ਕਰ ਦਿੱਤੀ ਹੈ ਕਿ ਉਹ ਨੇ ਜਿਹੜੇ ਓਨਰ ਨੇ ਦੁਕਾਨਾਂ ਦੇ ਉਹਨਾਂ ਨੂੰ, ਪਰ ਆਲਰੇਡੀ ਕਿਉਂਕਿ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ 2 ਹਫ਼ਤੇ ਤੋਂ ਤਾਂ ਇਹ ਆਰਡਰ ਪਾਸ ਕੀਤਾ ਹੋਇਆ ਸੀ, ਯਾਤਰਾ ਤਾਂ ਸ਼ੁਰੂ ਹੋ ਚੁੱਕੀ ਹੈ। ਸੋ ਆਲਰੇਡੀ ਜਾਂ ਮੁਸਲਮਾਨ ਦੁਕਾਨਾਂ ਔਰ ਆਪਣੇ ਹੋਟਲ ਈਟਰੀਜ਼ ਉਹ ਬੰਦ ਕਰਕੇ ਭੱਜ ਗਏ ਹੋਏ ਨੇ ਤੇ ਇਹਦਾ ਹੁਣ ਕੋਈ ਫਾਇਦਾ ਨਹੀਂ ਹੈ। ਸਿਰਫ ਇਹਦੇ ਨਾਲ ਇਹ ਹੋ ਗਿਆ ਕਿ ਜੀ ਦੇਖੋ ਜੀ ਸੁਪਰੀਮ ਕੋਰਟ ਨੇ ਕਿਹਾ ਵੀ ਇਹ ਤਾਂ ਬੜੀ ਵੱਡੀ ਡਿਸਕ੍ਰਿਮੀਨੇਸ਼ਨ ਹੈ। ਉਹ ਤਾਂ ਡਿਸਕ੍ਰਿਮੀਨੇਸ਼ਨ ਜੇ ਕੋਵਿਡ ਆਇਆ ਤਾਂ ਉਹਨੂੰ ਜਿਹਾਦ ਕਿ ਜੀ ਆ ਜਿਹੜੀ ਦਿੱਲੀ ਦੇ ਵਿੱਚ ਮੀਟਿੰਗ ਰੱਖੀ ਹੋਈ ਸੀ ਇਹਨਾਂ ਨੇ, ਉਹ ਜਿਹਾਦ ਦੇ ਥੱਲੇ ਇਹ ਜਿਹਾਦੀ ਲੈ ਆਏ ਇਸ ਕੋਵਿਡ-19 ਨੂੰ। ਜਾਂ ਜੇ ਸਿੱਖਾਂ ਨੂੰ ਵੀ ਭੁੱਲ ਜਾਂਦੀਆਂ ਨੇ ਗੱਲਾਂ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਨਾਲ ਜੋੜ ਦਿੱਤਾ ਗਿਆ ਸੀ ਕਿ ਹਜ਼ੂਰ ਸਾਹਿਬ ਤੋਂ ਆਉਣ ਵਾਲੇ ਜਿਹੜੇ ਨੇ ਉਹ ਕੋਵਿਡ ਦਾ ਸ਼ਿਕਾਰ ਨੇ, ਔਰ ਇਹਨੂੰ ਉਸ ਪੀਰੀਅਡ 'ਚ ਦੋਨੋਂ ਚੀਜ਼ਾਂ ਨਹੀਂ ਸੀ ਵਿਕੀਆਂ ਔਰ ਇਹਦਾ ਹੀ ਨਤੀਜਾ ਸੀ ਫਿਰ ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਜਿਹੜੇ ਖਾਸ ਤੌਰ ਤੇ ਪੰਜਾਬ ਦੇ ਹੁਸ਼ਿਆਰਪੁਰ ਔਰ ਰੋਪੜ ਦੇ ਗੁੱਜਰ ਜਿਹੜੇ ਦੁੱਧ ਦਾ ਕੰਮ ਕਰਦੇ ਨੇ ਉਹਨਾਂ ਪ੍ਰਥਾਏ ਖਬਰਾਂ ਵਿਸ਼ਵ ਹਿੰਦੂ ਪਰਿਸ਼ਦ ਔਰ ਦੂਸਰਿਆਂ ਨੇ ਘੁਮਾਈਆਂ ਕਿ ਜੀ ਇਹ ਜਿਹੜੇ ਨੇ ਦੁੱਧ ਜਿਹੜਾ ਚੋਣ ਤੋਂ ਪਹਿਲਾਂ ਉਹਦੇ 'ਚ ਥੁੱਕਦੇ ਨੇ ਕਿ ਵੀ ਇਹ ਕਾਫਰਾਂ ਨੂੰ ਭਿਉਣਾ ਹੈ ਔਰ ਦੂਸਰਾ ਔਰ ਇਹਨਾਂ ਤੋਂ ਕੋਈ ਨਾ ਲਿਆ ਜਾਏ ਕੁਛ ਵੀ। ਹਾਲਾਂ ਸਿੱਖ ਜਥੇਬੰਦੀਆਂ ਨੇ ਜਾ ਕੇ ਗੁਰਦੁਆਰਿਆਂ 'ਚੋਂ ਅਨਾਉਂਸ ਕਰਕੇ ਇਸ ਸਾਰੇ ਨੂੰ ਨੈਗੇਟ ਕੀਤਾ। ਇਸੇ ਤਰ੍ਹਾਂ ਅਸੀਂ ਇਹ ਦੇਖਦੇ ਹਾਂ ਕਿ ਇਕਨੋਮਿਕਲ ਬਾਈਕਾਟ ਦੀ ਲਾਈਨ ਤਾਂ ਲੰਮੇ ਸਮੇਂ ਤੋਂ ਚੱਲ ਰਹੀ ਹੈ। ਕੱਲ੍ਹ ਵੀ ਮੈਂ ਕਿਸੇ ਡਿਸਕਸ਼ਨ ਦੇ ਵਿੱਚ ਦੇਖ ਰਿਹਾ ਸੀ ਕਿ ਵੀ ਪੰਜਾਬ 'ਚ ਵੀ ਇੱਕ ਟ੍ਰੈਂਡ, ਕਿਉਂਕਿ ਜਿੱਥੇ ਵੀ ਹੁਣ ਬਿਲਡਿੰਗ ਦੇ ਠੇਕੇ ਨੇ ਜਾਂ ਅਦਰਵਾਈਜ਼ ਕੋਈ ਹੋਰ ਇਸ ਕਿਸਮ ਦਾ ਕੰਮ ਹੈ ਟੈਕਨੀਕਲ, ਕਾਫੀ ਜਿਹੜੀ ਲੇਬਰ ਹੈ ਠੇਕੇਦਾਰ ਵੀ ਯੂਪੀ ਬਿਹਾਰ ਦੇ ਨੇ ਬਹੁਤੇ, ਉਹਨਾਂ 'ਚ ਜਿਹੜੇ ਕਿਉਂਕਿ ਜਿਹੜੀ ਕਾਰੀਗਰ ਆ ਜਾਂ ਲੋਅਰ ਕੰਮ ਕਰਨ ਵਾਲੇ ਬਹੁਤ ਸਾਰੇ ਮੁਸਲਮਾਨ ਕਾਰੀਗਰ ਹੀ ਹੁੰਦੇ ਸੀ। ਜਿਵੇਂ ਕਰਤਾਰਪੁਰ ਫਰਨੀਚਰ ਹੈ, ਹੁਣ ਵੀ ਉੱਥੋਂ ਲਖਨਊ ਤੋਂ ਜਾਂ ਕਾਨਪੁਰ ਤੋਂ ਜਾਂ ਦੂਜੇ ਹੀ ਲੋਕ ਆਉਂਦੇ ਨੇ ਉਹਨਾਂ ਦੀ ਜਿਹੜੀ ਹੈ ਬਰੀਕੀ ਦਾ ਕੰਮ ਕਰਨ ਵਾਲੇ। ਸੋ ਮੈਂ ਕਿਸੇ ਡਿਸਕਸ਼ਨ 'ਚ ਸੁਣ ਰਿਹਾ ਸੀ ਕਿ ਇੱਕ ਹਿੰਦੂ ਨੇ ਠੇਕੇਦਾਰ ਨੂੰ ਜਿਹੜਾ ਹਾਇਰ ਕੀਤਾ, ਠੇਕੇਦਾਰ ਹਿੰਦੂ ਸੀ, ਤੇ ਜਦੋਂ ਮੁਲਾਜ਼ਮ ਜਿਹਨੇ ਘਰ 'ਚ ਕੋਈ ਚਿਪਸ ਪਾਉਣ ਦਾ ਜਾਂ ਕੋਈ ਕੰਮ ਸ਼ੁਰੂ ਕੀਤਾ ਤੇ ਉਹਨੇ ਉਹਦਾ ਨਾਂ ਪੁੱਛਿਆ, ਉਹਨੇ ਜੋ ਵੀ ਨਾਂ ਦੱਸਿਆ ਮੁਹੰਮਦ ਹੁਸੈਨ ਜਾਂ ਦੂਜਾ, ਤੇ ਉਹਨੇ ਉੱਥੇ ਹੀ ਉਹਨੂੰ ਕਿਹਾ ਵੀ ਤੂੰ ਰੁਕ, ਠੇਕੇਦਾਰ ਨੂੰ ਕਿਹਾ ਵੀ ਜਾਂ ਤਾਂ ਇਹਨੂੰ ਕੱਢ ਦੇ ਤੇ ਜਾਂ ਤੇਰਾ ਠੇਕਾ ਕੈਂਸਲ। ਸੋ ਮਤਲਬ ਇਹ ਹੈ ਵੀ ਇਹ ਜਿਹੜੀ ਨਫ਼ਰਤ ਜਿਸ ਲਈ ਇਕੱਲਾ ਇਹ ਨਹੀਂ ਹੈ ਜੀ ਕਿ ਕਵਾੜੀਆਂ ਦੇ ਰਾਹ 'ਚ ਉਹਨਾਂ ਨੇ ਕਰਨ ਲਈ, ਇਹ ਆਲਰੇਡੀ ਉਹਨਾਂ ਨੂੰ ਉਸ ਲੈਵਲ ਤੱਕ ਪੁਸ਼ ਕਰ ਦਿੱਤਾ ਗਿਆ ਹੈ ਕਿ ਔਰ ਅਸੀਂ ਇਹ ਨਾ ਸਮਝੀਏ ਸਿੱਖ ਔਰ ਜਿਵੇਂ ਸਿੱਖ ਹੇਟਰੇਡ ਕੋਈ ਇਸ਼ੂ ਆਉਂਦਾ ਹੈ ਉਹਦੇ ਤੇ ਤੁਸੀਂ ਦੇਖੋਗੇ ਕਿ ਵੀ ਜਿੱਥੇ ਪੋਜ਼ਿਟਿਵਿਟੀ ਵੀ ਨਿਕਲ ਰਹੀ ਹੁੰਦੀ ਹੈ ਇਹ ਉਹਨੂੰ ਨੈਗੇਟਿਵ ਟਰਨ ਕਰਦੇ ਨੇ। ਹੁਣ ਜੇ ਬੀਬੀ ਹਰਮੀਤ ਕੌਰ ਢਿੱਲੋਂ ਨੇ ਅਰਦਾਸ ਕੀਤੀ, ਅਸੀਂ ਵੀ ਜ਼ਿਕਰ ਕੀਤਾ ਕਿ ਥੋੜ੍ਹਾ ਬਹੁਤ ਜਿਹੜੇ ਰਾਈਟ ਵਿੰਗਰ ਨੇ ਉਹਨਾਂ ਨੇ ਬੈਕਲੈਸ਼ ਕੀਤਾ, ਪਰ ਸਭ ਤੋਂ ਜ਼ਿਆਦਾ ਤਕਲੀਫ ਹਿੰਦੂ ਤਵੀਆਂ ਨੂੰ ਹੋਈ। ਉਹਨਾਂ ਦਾ ਪੰਚ ਜਨੇ ਹੋਏ, ਉਹਨਾਂ ਦਾ ਆਪ ਇੰਡੀਆ ਹੋਏ, ਉਹਨਾਂ ਦੀਆਂ ਦੂਸਰੀਆਂ ਆਊਟਫਿਟਸ ਹੋਣ, ਉਹਦੇ ਥੱਲੇ ਉਹਨਾਂ ਨੇ ਹਰਮੀਤ ਢਿੱਲੋਂ ਨੇ ਇਹ ਕਿਹਾ ਇੰਡੀਆ ਬਾਰੇ, ਫਾਰਮਰ ਮੂਵਮੈਂਟ ਵੇਲੇ ਇਹ ਕਿਹਾ,
ਉਸਨੇ ਇਸ ਲੈਵਲ ਦੇ ਉੱਤੇ ਗੱਲ ਕੀਤੀ, ਮੋਦੀ ਬਾਰੇ ਕਿਹਾ, ਹਰਦੀਪ ਨਿੱਜਰ ਬਾਰੇ, ਉਹ ਸਾਰਾ ਕੱਢ ਲਿਆ। ਫਿਰ ਉਹਨਾਂ ਨੂੰ ਲੱਗਾ ਕਿ ਵੀ ਇਹਦੇ ਨਾਲ ਤਾਂ ਸਿੱਖਾਂ ਨੂੰ ਹੋਰ ਹੋਇਆ ਕਿ ਵੀ ਇਹ, ਫਿਰ ਉਹਨਾਂ ਨੇ ਅਗਲੇ ਦਿਨ ਉਹ ਰਿਪੀਟ ਸਟੋਰੀ ਇਵਨ ਟਾਈਮਸ ਨਾਓ ਦੇ ਵਿੱਚ ਕੀਤੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਬੈਕਲੈਸ਼ ਬਾਈ ਕ੍ਰਿਸਚੀਅਨਸ ਦਿਸ। ਹਾਲਾਂ ਮੈਂ ਅੱਜ ਕੋਈ ਹੋਰ ਕਿਤੇ ਸਟੋਰੀ ਦੇਖ ਰਿਹਾ ਸੀ ਕਿ ਉਸ ਬੀਬੀ ਦੇ ਅਰਦਾਸ ਕਰਨ ਤੋਂ ਬਾਅਦ 400 ਟਾਈਮ 400 ਗੁਣਾ ਜ਼ਿਆਦਾ ਸਿੱਖਾਂ ਬਾਰੇ ਰਿਸਰਚ ਕੀਤੀ ਲੋਕਾਂ ਨੇ, ਜਿਵੇਂ ਤੁਸੀਂ ਗੂਗਲ ਕਰਕੇ, ਕਿਉਂਕਿ ਉਹ ਕਿਹਾ ਜਾ ਰਿਹਾ ਸੀ, ਜਦੋਂ ਉਹਨੇ ਵੀ ਕਿਹਾ ਕਿ ਮੈਂ ਸਿੱਖ ਇਮੀਗ੍ਰੈਂਟਸ ਦੀ ਬੱਚੀ ਹੈ ਔਰ ਮੈਂ ਆਈ ਔਰ ਇਹ ਸਿੱਖ ਪ੍ਰੇਅਰ ਹੈ, ਕਿ 400 ਗੁਣਾ ਜ਼ਿਆਦਾ ਸਿੱਖ ਲਫ਼ਜ਼ ਦੇ ਉੱਤੇ ਰਿਸਰਚ ਹੋਈ। ਪਰ ਜੇ ਤੁਸੀਂ ਉਹਨਾਂ ਦਾ ਦੇਖੋਗੇ ਤਾਂ ਉਹਨਾਂ ਨੇ ਪਹਿਲਾਂ ਉਹਨੂੰ ਹਿੰਦੂਤਵਾ ਦੇ ਏਜੰਡੇ ਵਾਲਿਆਂ ਨੇ ਡਾਊਨ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਅਦਰ ਵੇ ਕਰਨ ਦੀ ਕੀਤੀ। ਹੁਣ ਅਸੀਂ ਦੂਸਰੇ ਪਾਸੇ ਦੇਖ ਰਹੇ ਹਾਂ ਵੀ ਕਿਉਂਕਿ ਡਿਵੈਲਪਮੈਂਟਸ ਦੁਨੀਆ ਦੇ ਵਿੱਚ, ਖਾਸ ਤੌਰ ਤੇ ਜਿਵੇਂ ਅਸੀਂ ਅਮਰੀਕਨ ਪ੍ਰੈਜ਼ੀਡੈਂਸ਼ੀਅਲ ਰੇਸ ਦੀ ਗੱਲ ਕੀਤੀ ਹੈ, ਇਸ ਕਿਸਮ ਦੀਆਂ ਚੱਲ ਰਹੀਆਂ ਨੇ ਕਿ ਉਹ ਉੱਥੇ ਆਪਣੇ ਏਜੰਡੇ ਤੇ ਲੱਗੇ ਹੋਏ ਨੇ। ਉਹਨਾਂ ਨੇ ਕੋਈ ਜਿਹੜਾ ਉਹ ਬਿਨਾਂ ਰੋਕ ਟੋਕ ਤੋਂ, ਇਹ ਜਾਣਦੇ ਹੋਏ ਵੀ ਅਜੇ ਤਾਂ ਮੋਦੀ ਸਰਕਾਰ ਨੂੰ ਜਿਹੜਾ ਉਹਦੇ ਕੁਝ ਹਫ਼ਤੇ ਹੀ ਹੋਏ ਨੇ, ਲੇਕਿਨ ਤੁਸੀਂ ਇਹ ਦੇਖੋਗੇ ਕਿ ਜਿਸ ਤੇਜ਼ੀ ਨਾਲ ਇਹੀ ਕੰਵਾੜੀਆ ਯਾਤਰਾ ਦੇ ਨਾਂ ਥੱਲੇ ਵੀ, ਔਰ ਜਿਹੜਾ ਅੱਜ ਫੈਸਲਾ ਮੋਦੀ ਸਰਕਾਰ ਨੇ ਲਿਆ, ਹੁਣ ਜਿਹੜਾ ਇੱਕ ਨੈਗੇਟਿਵ ਜਿਹੜੇ ਹਿੰਦੂਤਵਾ ਨੂੰ ਈਵਨ ਵਿਦਨ ਹਿੰਦੂਆਂ ਦੇ ਵੀ ਅਪੋਜ਼ ਕਰਦੇ ਨੇ, ਉਹਨਾਂ ਦਾ ਕਹਿਣਾ ਸੀ ਕਿ ਜੀ ਇਹ ਹੁਣ ਕਿਉਂਕਿ ਮੋਦੀ ਸਰਕਾਰ ਨਾਇਡੂ ਔਰ ਨਤੀਸ਼ ਕੁਮਾਰ ਦੀਆਂ ਵਿਸਾਖੀਆਂ ਦੇ ਸਹਾਰੇ ਖੜੀ ਹੈ ਤੇ ਇਹ ਦੋਨੋਂ ਸੈਕੂਲਰ ਲਿਬਰਲ ਵੈਲਿਊਜ਼ ਵਾਲੇ ਲੋਕ ਨੇ, ਇਸ ਲਈ ਹੁਣ ਹਿੰਦੂਤਵਾ ਦਾ ਏਜੰਡੇ ਨੂੰ ਅੱਗੇ ਤੋਰਨਾ ਜਿਹੜਾ ਹੈ ਉਹ ਉਹਨਾਂ ਦੇ ਲਈ ਸੌਖਾ ਨਹੀਂ ਹੋਏਗਾ। ਅਸੀਂ ਉਦੋਂ ਵੀ ਇਹ ਕਿਹਾ ਸੀ ਕਿ ਵੀ ਈਵਨ ਕਾਂਗਰਸ ਵੀ ਆ ਜਾਏ ਪਾਵਰ ਦੇ ਵਿੱਚ, ਜਾਂ ਜਿਹੜਾ ਇੰਡੀਆ ਬਲਾਕ ਜਿਹਨੂੰ ਕਹਿੰਦੇ ਨੇ, ਹੁਣ ਜਿੱਥੇ ਤੱਕ ਹਿੰਦੂਤਵਾ ਦਾ ਏਜੰਡਾ ਪਹੁੰਚ ਗਿਆ ਹੋਇਆ, ਰਾਦਰ ਉਹਨੂੰ ਅੱਗੇ ਹੀ ਲੈ ਕੇ ਜਾਣਗੇ। ਉਹ ਵੀ ਸਾਬਤ ਕਰਨ ਦੇ ਇਹੀ ਕਾਰਨ ਹੈ ਕਿ ਰਾਜੀਵ ਗਾਂਧੀ ਜਾਂ ਇੰਡੀਆ ਬਲਾਕ, ਇਹ ਜਿਹੜੀ ਕਾਂਵੜੀਆ ਵਾਲੀ ਗੱਲ ਵੀ ਹੈ, ਇਸ ਦੇ ਉੱਤੇ ਨਾ ਰਾਹੁਲ ਗਾਂਧੀ ਬੋਲਿਆ, ਨਾ ਕੋਈ ਹੋਰ ਤੁਹਾਨੂੰ ਬੋਲਦਾ ਨਜ਼ਰ ਆਇਆ, ਜਾਂ ਸੈਂਟਰ ਗਵਰਨਮੈਂਟ 'ਚ ਇਹੀ ਬੈਠੇ ਨੇ ਨਤੀਸ਼ ਕੁਮਾਰ ਜਾਂ ਦੂਜੇ ਵੀ। ਹਾਂ, ਤ੍ਰਿਣਮੂਲ ਕਾਂਗਰਸ ਦੀ ਮਹੂਆ ਜਿਹੜੀ ਹੈ ਉਹ ਵਿਚਾਰੀ ਜਿਹੜੀ ਹੈ, ਉਹ ਮੈਨੂੰ ਹਮੇਸ਼ਾ ਹੀ ਲੱਗਦਾ ਕਿ ਵੀ ਉਹ ਪਾਰਲੀਮੈਂਟ 'ਚ ਵੀ ਉਹਨੂੰ, ਹਾਲਾਂ ਪਿਛਲੀ ਵਾਰੀ ਉਹਦੀ ਮੈਂਬਰਸ਼ਿਪ ਕੈਂਸਲ ਕਰਤੀ ਸੀ ਮਹੂਆ ਮੋਤਰੇ, ਪਰ ਉਸੇ ਹੀ ਸੀਟ ਤੋਂ ਦੁਬਾਰਾ ਜਿੱਤ ਕੇ ਆਈ ਹੈ। ਉਹ ਸੀ, ਸ਼ੀ ਵਾਜ਼ ਦਾ ਓਨਲੀ ਵਨ ਜਿਹੜੀ ਐਟਲੀਸਟ ਉਸ ਤ੍ਰਿਣਮੂਲ ਕਾਂਗਰਸ ਦੀ ਦਾ ਮੈਂ ਸੁਣਿਆ। ਸੋ ਮਤਲਬ ਇਹ ਹੈ ਕਿਉਂਕਿ ਇਹਨਾਂ ਨੂੰ ਵੀ ਪਤਾ ਹੈ, ਮੋਦੀ ਐਂਡ ਕੰਪਨੀ ਨੂੰ, ਕਿ ਉਹਨਾਂ ਨੇ ਹਿੰਦੂਤਵਾ ਦੀ ਸਪਿਨ ਇੰਨੀ ਫਾਸਟ ਕਰਕੇ ਸੁੱਟੀ ਹੈ ਕਿ ਇਹਦੇ ਰਾਜ ਹੁਣ ਕਿਸੇ ਨੇ ਅੜਨਾ ਨਹੀਂ ਹੈ। ਆਲਰੇਡੀ ਰਾਦਰ ਆਪੋਜੀਸ਼ਨ ਵੀ ਇਸ ਗੱਲ ਦੇ ਉੱਤੇ ਜ਼ੋਰ ਦੇਣ ਤੇ ਲੱਗੀ ਹੁੰਦੀ ਹੈ ਕਿ ਜੀ ਅਸੀਂ ਜ਼ਿਆਦਾ ਪੱਕੇ ਹਿੰਦੂ ਹਾਂ, ਔਰ ਇਸ ਸਭ ਦਾ ਹੀ ਫਾਇਦਾ ਚੁੱਕਦੇ ਆ। ਹੁਣ ਜਿਹੜਾ ਕੰਮ 10 ਸਾਲ ਤੋਂ, ਜਦੋਂ ਕਿ ਮੋਦੀ ਦੀ ਸਰਕਾਰ ਰਹੀ ਜਾਂ ਉਸ ਤੋਂ ਪਹਿਲਾਂ ਵਾਜਪਾਈ ਦੀ 5 ਸਾਲ 13 ਮਹੀਨੇ ਜਾਂ 13 ਦਿਨ ਰਹੀ, ਜਿਹੜਾ ਇਹਨਾਂ ਨੇ ਡੇਅਰ ਨਹੀਂ ਸੀ ਕੀਤਾ, ਉਹ ਅੱਜ ਜਿਹੜਾ ਆਰਡਰ, ਔਰ ਇਹ ਪ੍ਰੋਮੀਨੈਂਟ ਖਬਰ ਪ੍ਰੈਜ਼ੀਡੈਂਟ ਬਾਈਡਨ ਤੋਂ ਬਾਅਦ ਜਿਹੜਾ ਕਿ ਵੀ ਉਹ ਰੇਸ ਤੋਂ ਹਟੇ ਨੇ, ਇੰਡੀਆ ਦੇ ਮੀਡੀਆ ਦੀ ਹੈ ਕਿ 7 ਨਵੰਬਰ 1966 ਨੂੰ ਇੰਦਰਾ ਗਾਂਧੀ ਦੀ ਹਕੂਮਤ ਦੇ ਵੇਲੇ ਇਹ RSS ਦੇ ਉੱਤੇ ਪਾਬੰਦੀ ਲਾਈ ਗਈ ਸੀ। RSS ਤੇ ਤਾਂ ਪਾਬੰਦੀ ਫ੍ਰੀ ਭਾਰਤ ਦੇ ਵਿੱਚ, ਸੋ ਕਾਲਡ ਫ੍ਰੀ ਭਾਰਤ ਦੇ ਵਿੱਚ 3 ਵਾਰ ਲੱਗੀ। ਇੱਕ ਗਾਂਧੀ ਦੇ ਮਰਡਰ ਤੋਂ ਬਾਅਦ, ਇੱਕ ਐਮਰਜੈਂਸੀ ਦੇ ਵੇਲੇ, ਔਰ ਤੀਸਰੀ ਵਾਰ ਜਦੋਂ ਬਾਬਰੀ ਮਸਜਿਦ ਢਾਈ ਗਈ, ਜਿਹੜਾ ਫੁੱਲ ਬੈਨ ਕਿ RSS ਗੈਰ ਕਾਨੂੰਨੀ ਜਥੇਬੰਦੀ ਹੈ। ਸੋ ਇਹ ਜਿਹੜੀ ਪਾਬੰਦੀ ਦੀ ਅਸੀਂ ਗੱਲ ਕਰ ਰਹੇ ਹਾਂ, ਇਸ 3 ਵਾਰ ਦੀਆਂ ਪਾਬੰਦੀਆਂ ਤੋਂ ਵੱਖਰੀ ਪਾਬੰਦੀ ਹੈ। ਇਹ 7 ਨਵੰਬਰ 1966 ਨੂੰ ਉਸ ਜ਼ਮਾਨੇ ਦੇ ਵਿੱਚ ਕੁਝ ਸ਼ੰਕਰਾਚਾਰੀਆ ਇਕੱਠੇ ਹੋ ਕੇ ਇੰਦਰਾ ਗਾਂਧੀ ਦੀ ਸਰਕਾਰ ਤੇ ਗਊ ਵੱਧ ਦੇ ਉੱਤੇ ਪਾਬੰਦੀ ਲਾਈ ਜਾਏ, ਕਾਊ ਸਲਾਟਰ ਬੰਦ ਕੀਤਾ ਜਾਏ। ਹਾਲਾਂ ਹਕੀਕਤ ਇਹ ਹੈ ਕਿ ਭਾਰਤ ਜਿਹੜਾ ਦੁਨੀਆ ਦਾ ਦੂਸਰਾ ਵੱਡਾ ਬੀਫ ਐਕਸਪੋਰਟਿੰਗ ਮੁਲਕ ਹੈ, ਔਰ 80% ਜਿਹੜੀ ਬੀਫ ਟ੍ਰੇਡ ਆ ਉਹ ਹਿੰਦੂਆਂ ਦੇ ਕੋਲ ਹੈ। ਸ਼ਰਮਿਆ, ਅਗਨੀਹੋਤਰੀ, ਚਤੁਰਵੇਦੀ, ਤ੍ਰਿਵੇਦੀ, ਦਵੇਦੀ, ਇਹਨਾਂ ਸਾਰਿਆਂ ਦੇ ਕੋਲ ਹੈ। ਪਰ ਉੱਥੇ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਜਦੋਂ ਉਹਨਾਂ ਨੇ ਕੋਈ ਪੋਲੀਟੀਕਲ ਏਜੰਡਾ ਦੇਣਾ। ਔਰ ਉਹਨਾਂ ਨੇ 1966 ਦੇ ਵਿੱਚ ਇਹ ਮੂਵ, ਉਹਨਾਂ ਨੇ ਇਹਨਾਂ ਨੂੰ ਸ਼ੰਕਰਾਚਾਰੀਆ ਨੂੰ ਅੱਗੇ ਲਾਇਆ, ਪਿੱਛੇ ਭਾਰਤੀ ਜਨ ਸੰਘ ਸੀ, ਪਰ ਸਭ ਤੋਂ ਬੈਕ ਦੇ ਉੱਤੇ ਜਿਹੜਾ RSS ਦਾ ਸੀ। ਔਰ ਪਾਰਲੀਮੈਂਟ ਨੂੰ ਜਾ ਕੇ ਇਹਨਾਂ ਨੇ ਘੇਰ ਲਿਆ, ਕੱਲਾ ਘੇਰਿਆ ਹੀ ਨਹੀਂ, ਪਾਰਲੀਮੈਂਟ ਦੇ ਵਿੱਚ ਵੜ ਗਏ ਸੀ, ਔਰ ਉਦੋਂ ਗੋਲੀ ਚਲਾਈ ਗਈ ਸੀ। ਔਰ ਉਸ ਤੋਂ ਬਾਅਦ
ਜਿਹੜਾ ਬਹੁਤ ਸਾਰੇ ਲੋਕ ਮਰੇ ਵੀ ਸੀ ਔਰ ਇੰਦਰਾ ਗਾਂਧੀ ਦੇ ਖਿਲਾਫ ਉਦੋਂ ਕਾਫੀ ਇੱਕ ਮੁਹਿੰਮ ਵਿੱਢੀ ਗਈ ਸੀ ਔਰ ਉਦੋਂ ਆਰਐਸਐਸ ਬਾਰੇ ਇਹ ਆਰਡਰ ਸੈਂਟਰ ਗਵਰਨਮੈਂਟ ਨੇ ਕੱਢਿਆ ਸੀ ਕਿ ਇਹ ਇੱਕ ਦਹਿਸ਼ਤਗਰਦ ਜਥੇਬੰਦੀ ਹੈ, ਅਰਧ ਸੈਨਿਕ ਜਥੇਬੰਦੀ, ਇਸ ਦਾ ਇੱਕ ਫਿਰਕੂ ਏਜੰਡਾ ਹੈ। ਇਸ ਲਈ ਕੋਈ ਵੀ ਸੈਂਟਰਲ ਗਵਰਨਮੈਂਟ ਦਾ ਮੁਲਾਜ਼ਮ ਜਿਹੜਾ ਹੈ ਇਸ ਦੀਆਂ ਸ਼ਾਖਾਵਾਂ ਦੇ ਵਿੱਚ ਔਰ ਇਸ ਦੀਆਂ ਐਕਟੀਵਿਟੀਜ਼ ਦੇ ਵਿੱਚ ਹਿੱਸਾ ਨਹੀਂ ਲਏਗਾ। ਇਹ ਆਰਡਰ 1966 ਦਾ ਔਰ ਮੈਂ ਜਿਵੇਂ ਕਿਹਾ ਕਿ ਇਹਨਾਂ ਦੀਆਂ ਸਕਸੈਸਿਵ ਗਵਰਨਮੈਂਟਸ ਬਣੀਆਂ ਪਰ ਕਦੇ ਵੀ ਇਸ ਆਰਡਰ ਦੇ ਉੱਤੇ ਜਿਹੜੀ ਪਾਬੰਦੀ ਇਹਨਾਂ ਦੇ ਮੁਲਾਜ਼ਮਾਂ ਦੇ ਇਹਦਾ ਹਿੱਸਾ ਬਣਨ ਤੇ ਲਾਈ ਗਈ ਸੀ ਉਹਨੂੰ ਖਤਮ ਨਹੀਂ ਕੀਤਾ ਗਿਆ। ਹੁਣ ਆਲਮੋਸਟ 60 ਸਾਲ ਬਾਅਦ ਅਸੀਂ ਦੇਖਦੇ ਹਾਂ ਔਰ ਅੱਜ ਦੀਆਂ ਮੇਨ ਖਬਰਾਂ 'ਚ ਇਹ ਹੈ RSS lauds Modi government for lifting ban on government employees participation in Sangh activities ਔਰ ਇਹ ਸਾਰੇ ਤਾਂ ਚੱਲਦੇ ਆ ਇਹ ਬੈਨ ਚੁੱਕ ਲਿਆ ਗਿਆ। ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਹਿੰਦੂ ਰਾਸ਼ਟਰ ਬਣਨ ਦੇ ਨੇੜੇ ਹੈ ਜਾਂ ਆਲਮੋਸਟ ਆਲਰੇਡੀ ਬਣ ਚੁੱਕਾ ਹੈ, ਬਾਕੀ ਤਾਂ ਕਾਨਸਟੀਟਿਊਸ਼ਨ ਕੀ ਕਹਿੰਦਾ ਕੀ ਨਹੀਂ, ਉਸ ਕਾਨਸਟੀਟਿਊਸ਼ਨ ਦੇ ਥੱਲੇ ਤੁਸੀਂ ਦੇਖੋਗੇ ਕੀ ਫੈਸਲੇ ਹੋ ਰਹੇ ਨੇ। ਇੱਕ ਪਾਸੇ ਜਿਨ੍ਹਾਂ ਨੇ 32 ਸਾਲ 35 ਸਾਲ ਜੇਲ੍ਹ ਪੂਰੀ ਕਰ ਲਈ ਹੈ, ਅਦਾਲਤਾਂ ਉਸ ਮਾਮਲੇ ਚੁੱਪ ਨੇ ਵੀ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾਂਦਾ। ਲੇਕਿਨ ਅੱਜ ਅਸੀਂ ਸੁਪਰੀਮ ਕੋਰਟ ਦਾ ਫੈਸਲਾ ਦੇਖਦੇ ਹਾਂ ਕਿ ਉਹ ਟੈਣੀ ਮਿਸ਼ਰਾ ਜਿਹਨੇ ਗੱਡੀ ਚਾੜ ਕੇ 5 ਬੰਦੇ ਮਾਰੇ, 3 ਕਿਸਾਨ, ਇੱਕ ਹਿੰਦੂ ਪੱਤਰਕਾਰ ਔਰ ਇੱਕ ਹੋਰ, ਔਰ ਉਹਦੀ ਜਿਹੜੀ ਹੈ ਅੱਜ ਜ਼ਮਾਨਤ ਕਰਤੀ ਸੁਪਰੀਮ ਕੋਰਟ ਨੇ, ਕਿਹਾ ਜੀ ਸਪੀਡੀ ਟਰਾਇਲ ਕਰੋ ਜਾਂ ਦੂਜਾ। ਸੋ ਤੁਸੀਂ ਅਦਾਲਤਾਂ ਦੇ ਫੈਸਲੇ ਦੇਖੋਗੇ, ਤੁਸੀਂ ਕੁੱਲ ਮਿਲਾ ਕੇ ਜੋ ਕੁਝ ਚੱਲ ਰਿਹਾ ਉਹਨੂੰ ਅਰਾਊਂਡ ਦੇਖੋਗੇ। ਫਿਰ ਦਿੱਲੀ ਯੂਨੀਵਰਸਿਟੀ ਦੇ ਵਿੱਚ ਲਾਅ ਇੰਸਟੀਟਿਊਸ਼ਨਸ ਦੇ ਵਿੱਚ ਇਹ ਸਰਕੂਲਰ ਆਉਂਦਾ ਹੈ ਕਿ ਜੀ ਜਿੱਥੇ ਲਾਅ ਪੜ੍ਹਾਇਆ ਜਾਂਦਾ ਹੈ ਕਾਨਸਟੀਟਿਊਸ਼ਨ ਜਾਂ ਦੁਨੀਆ ਦੇ ਅੱਡ-ਅੱਡ ਕਾਨਸਟੀਟਿਊਸ਼ਨ, ਉੱਥੇ ਮਨੂ ਸਿਮਰਤੀ ਨੂੰ ਵੀ ਪੜ੍ਹਾਇਆ ਜਾਏ। ਹੁਣ ਅਲਟੀਮੇਟਲੀ ਇਹ ਹੈ ਵੀ ਹਿੰਦੂ ਰਾਸ਼ਟਰ ਦੇ ਜਿੰਨੇ ਸਿੰਪਟਮਸ ਨੇ ਜਾਂ ਜੋ ਚਾਹੁੰਦੇ ਨੇ ਉਸ ਦੇ ਨੇੜੇ ਤੇੜੇ ਲੈ ਆਏ। ਜਿਹੜਾ ਕੋਈ ਪਹਿਲੀ ਗੱਲ ਤਾਂ ਜਿਹਨੂੰ ਹਿੰਦੂ ਲਫ਼ਜ਼ ਹੀ ਇਹਨਾਂ ਦੇ ਨਾ ਵੇਦਾਂ 'ਚ ਹੈ, ਨਾ ਸ਼ਾਸਤਰਾਂ 'ਚ ਹੈ, ਨਾ ਸਿਮਰਤੀਆਂ 'ਚ ਹੈ, ਬਹੁਤ ਲੇਟਰ ਜਿਹੜਾ ਹੈ ਇਹ ਤਾਂ ਖੁਦ ਇਹਨੂੰ ਡਿਨਾਈ ਕਰਦੇ ਰਹੇ ਜੀ ਇਹਦਾ ਮਤਲਬ ਚੋਰ ਹੁੰਦਾ ਹੈ, ਇਹ ਵਿਦੇਸ਼ੀਆਂ ਨੇ ਸਾਨੂੰ ਦਿੱਤਾ, ਅਸੀਂ ਤਾਂ ਆ ਰਹੀ ਹੈ। ਲੇਕਿਨ ਤੁਸੀਂ ਦੇਖੋਗੇ ਕਿ ਇਹਨਾਂ ਨੇ ਕਿਵੇਂ ਮਾਈਥੋਲੋਜੀਕਲ ਦਿਨ ਕ੍ਰੀਏਟ ਕੀਤੇ, ਉਹਨਾਂ ਦੇ ਉੱਤੇ ਇਕੱਠ, ਗਵਰਨਮੈਂਟ ਐਨਕਰੇਜਮੈਂਟ ਔਰ ਇਸ਼ਤਿਹਾਰ ਔਰ ਉਹਦੇ 'ਤੇ ਬਣੇ ਹੋਏ ਡਰਾਮੇ ਔਰ ਨੋਟੰਕੀਆਂ ਔਰ ਐਨੀਮੇਟਿਡ ਫਿਲਮਾਂ ਕਿ ਲੋਕਾਂ ਦੇ ਵਿੱਚ ਇੰਨੇ ਪ੍ਰਚਾਰ ਦਿੱਤੇ ਨੇ। ਤੁਹਾਨੂੰ ਈਵਨ ਸਿੱਖਾਂ ਔਰ ਮੁਸਲਮਾਨਾਂ ਦੇ ਵਿੱਚ ਵੀ, ਮੁਸਲਮਾਨਾਂ 'ਚ ਫਿਰ ਵੀ ਘੱਟ ਹੈ, ਮੁਸਲਮਾਨ ਇੰਨੇ ਹਿੰਦੂ ਰੰਗ ਭਾਵੇਂ ਗੁਰਬਤ 'ਚ ਮਾਰੇ ਹੋਏ ਨੇ, ਉਹ ਉਹਨਾਂ ਦੇ ਉੱਤੇ ਜ਼ੁਲਮ ਵੀ ਹੁੰਦੇ ਨੇ, ਪਰ ਬਹੁਤਿਆਂ ਨੇ ਜਿਹੜੀਆਂ ਨੇ ਕੋਈ ਹਿੰਦੂ ਪ੍ਰੈਕਟਿਸਿਸ ਨਹੀਂ ਅਪਣਾਈਆਂ। ਕਿਸੇ ਨੇ ਆਪਣੀ ਨਮਾਜ਼ ਨਹੀਂ ਛੱਡੀ ਹੈ, ਕਿਸੇ ਨੇ ਰੋਜ਼ੇ ਨਹੀਂ ਬਦਲੇ ਨੇ, ਜਾਂ ਕਿਸੇ ਨੇ, ਸਾਡੇ ਤਾਂ ਬਹੁਤ ਸਾਰਿਆਂ ਦਾ ਹਾਲ ਜਿਹੜਾ ਉਹ ਅੱਧਿਓਂ ਜ਼ਿਆਦਾ ਜੋਤਸ਼ੀਆਂ ਦੇ, ਤਾਂਤਰਿਕਾਂ ਦੇ, ਵਸਤੂ ਸ਼ਾਸਤਰ ਵਾਲਿਆਂ ਦੇ ਔਰ ਜਗਰਾਤਿਆਂ ਤੱਕ ਵੀ ਪਹੁੰਚ ਗਏ ਹੋਏ ਨੇ। ਔਰ ਹੁਣ ਇਹਨਾਂ ਦਾ ਇਹ ਸਟੈਪ, ਔਰ ਇਸ ਗੱਲ ਦਾ ਧਿਆਨ ਰਹੇ ਕਿ RSS ਦੇ ਜਿਹੜਾ ਇਹਦਾ ਫਾਊਂਡਰ ਸੀ ਹੈਡਗਵੇਅਰ ਜਾਂ ਗੋਲਵਲਕਰ, ਉਹਨਾਂ ਨੇ ਕਦੇ ਵੀ ਭੁਲੇਖਾ ਨਹੀਂ ਰਹਿਣ ਦਿੱਤਾ ਵੀ RSS ਦਾ, ਕਿਉਂਕਿ RSS ਨੂੰ ਜੇ ਰੀਅਲ ਸ਼ੇਪ ਦੇ ਵਿੱਚ ਖੜਾ ਕੀਤਾ ਤਾਂ ਗੋਲਵਲਕਰ ਨੇ ਕੀਤਾ। ਔਰ ਇਹ 1925 'ਚ ਜਿਹੜੀ ਹੈ ਹੋਂਦ ਦੇ ਵਿੱਚ ਆਂਦੀ ਹੈ, ਅਗਲੇ ਸਾਲ 100 ਸਾਲ ਹੋ ਜਾਣੇ ਨੇ 2025 'ਚ। ਔਰ ਗੋਲਵਲਕਰ ਦੀ ਇਸ ਦੇ ਉੱਤੇ ਕਿਤਾਬ ਬੰਚ ਆਫ ਥਾਟਸ ਹੈ ਜਿਹਦੇ 'ਚ ਉਹਨੇ ਕਲੀਅਰ ਹਿੰਦੁਸਤਾਨ ਤਾਂ ਹੈ ਹੀ ਹੈ, ਜੋ ਉਹਨਾਂ ਨੇ ਕਿਹਾ ਕਿ ਭਾਈ ਇਹ ਮੁਲਕ ਇਹ ਹਿੰਦੂਆਂ ਦਾ ਹੈ। ਔਰ ਇਹੀ ਨਾਰੇ ਉਹ ਦਿੰਦੇ ਨੇ ਜਦੋਂ ਉਹਨਾਂ ਦੀਆਂ ਭੀੜਾਂ ਲਿੰਚ ਕਰਦੀਆਂ ਨੇ, ਹਮਲੇ ਕਰਦੀਆਂ ਨੇ, ਹਾਂਜੀ, ਭਾਰਤ ਮੇਂ ਰਹਿਣਾ ਹੋਗਾ, ਜੈ ਸ਼੍ਰੀ ਰਾਮ ਕਹਿਣਾ ਹੋਗਾ, ਹਾਂਜੀ। ਔਰ ਇਹੀ ਹਾਲ ਉਹ ਬਾਕੀ ਹਰ ਥਾਂ ਤੇ ਕਰਦੇ ਨੇ। ਔਰ ਜਿਹੜੀਆਂ ਭੀੜਾਂ ਅਟੈਕ ਕਰ ਰਹੀਆਂ ਹੁੰਦੀਆਂ ਨੇ ਜੈ ਸ਼੍ਰੀ ਰਾਮ ਕਹਿ ਕੇ ਅੱਗਾਂ ਲਾ ਰਹੀਆਂ ਹੁੰਦੀਆਂ ਨੇ ਔਰ ਦੂਜੇ ਦੁਸ਼ਕਰਮ ਕਰ ਰਹੀਆਂ ਹੁੰਦੀਆਂ ਨੇ। ਹੁਣ ਗੋਲਵਲਕਰ ਨੇ ਜਾਂ RSS ਨੇ ਕਦੇ ਆਪਣੇ ਵਰਡ ਮਿਸ ਨਹੀਂ ਕੀਤੇ। ਉਹਨਾਂ ਦਾ ਪਹਿਲੇ ਦਿਨ ਤੋਂ ਇਹ ਸਟੈਂਡ, ਗੋਲਵਲਕਰ ਦਾ ਕਹਿਣਾ ਕਿ ਜੋ ਹੱਲ ਹਿਟਲਰ ਨੇ ਅਕਲੀਅਤਾਂ ਨਾਲ, ਮਾਈਨੋਰਟੀ ਜਾਂ ਜਿਹਨੂੰ ਅਲਪ ਸੰਖਿਅਕ ਕਹਿੰਦੇ ਨੇ ਜਾਂ ਅਸੀਂ ਘੱਟ ਗਿਣਤੀ ਕਹਿੰਦੇ ਹਾਂ, ਉਸ ਦੇ ਲਈ ਲਫ਼ਜ਼ ਅਕਲੀਅਤ ਵੀ ਹੈ। ਉਹਨਾਂ ਨੇ ਕਿਹਾ ਗੋਲਵਲਕਰ ਨੇ ਕਿ ਜਿਹੜਾ ਸੋਲਿਊਸ਼ਨ ਹਿਟਲਰ ਨੇ ਘੱਟ ਗਿਣਤੀਆਂ ਦਾ ਕੱਢਿਆ, ਜੋ ਉਸ ਵੇਲੇ ਯਹੂਦੀਆਂ ਨਾਲ ਕਰ ਰਿਹਾ ਸੀ, ਕੈਥੋਲਿਕਸ ਨਾਲ ਕਰ ਰਿਹਾ, ਉਹੀ ਹੱਲ ਭਾਰਤ ਦੇ ਵਿੱਚ
ਈਸਾਈਆਂ ਔਰ ਮੁਸਲਮਾਨਾਂ ਦੇ ਨਾਲ ਡੀਲ ਕਰਨ ਦਾ, ਕਿਉਂਕਿ ਇਹਨਾਂ ਦੋਨਾਂ ਮਜ਼ਹਬਾਂ ਨੂੰ ਤਾਂ ਏਲੀਅਨ ਕਹਿੰਦੇ ਨੇ। ਔਰ ਉਹਦਾ ਸਾਵਰਕਰ ਨੇ ਸਿੱਧੀ ਜਿਹੀ ਡੈਫੀਨੇਸ਼ਨ ਦਿੱਤੀ ਹੋਈ ਹੈ ਕਿ ਜਿਨ੍ਹਾਂ ਦੀ ਪੁੰਨ ਭੂਮੀ ਭਾਰਤ ਤੋਂ ਬਾਹਰ ਹੈ ਉਹ ਬਾਹਰਲੇ ਮੁਲਕ ਨੇ। ਜਿੱਥੋਂ ਤੱਕ ਸਿੱਖ ਧਰਮ, ਬੁੱਧ ਧਰਮ ਜਾਂ ਜੈਨ ਧਰਮ ਦਾ ਤਾਲੁਕ ਹੈ, ਉਹਨੂੰ ਉਹ ਹਿੰਦੂ ਧਰਮ ਦੇ ਸਮੁੰਦਰ ਦੇ ਵਿੱਚ ਅੱਡ-ਅੱਡ ਲਹਿਰਾਂ ਵਾਂਗ ਦੇਖਦੇ ਨੇ, ਪਰ ਉਹਨੂੰ ਹਿੰਦੂਤਵਾ ਦੇ ਸਮੁੰਦਰ ਦਾ ਹਿੱਸਾ ਮੰਨਦੇ ਨੇ। ਇਹੀ ਕਾਰਨ ਸੀ। ਮੈਨੂੰ ਵੈਸੇ ਹੈਰਾਨੀ ਹੁੰਦੀ ਹੈ ਵੀ ਬੈਨ ਤਾਂ RSS ਤੇ 48 ਦੇ ਵਿੱਚ ਲੱਗ ਗਿਆ ਸੀ ਜਦੋਂ ਨਥੂਰਾਮ ਗੋਡਸੇ ਨੇ ਮਾਰਿਆ, ਪਰ ਇਹ ਆਰਟੀਕਲ 25B ਦੇ ਥੱਲੇ ਹਿੰਦੂਆਂ, ਬੌਧੀਆਂ, ਜੈਨੀਆਂ ਨੂੰ, ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਮੰਨਣਾ, ਇਹ ਤਾਂ RSS ਦਾ ਏਜੰਡਾ ਸੀ। ਇਹਦਾ ਮਤਲਬ ਹੈ ਕਿ ਜਿਹੜੀ ਕਾਂਗਰਸ ਵੀ ਸੰਵਿਧਾਨ ਸਭਾ ਦੇ ਵਿੱਚ ਬੈਠੀ ਹੋਈ ਸੀ, ਜਿਹੜੇ ਉਹਨਾਂ ਦੇ ਨੁਮਾਇੰਦੇ ਕਾਂਸਟੀਟਿਊਟ ਅਸੈਂਬਲੀ ਚੁਣ ਕੇ ਹੀ ਆਏ ਸੀ, ਉਹ ਤਾਂ RSS ਦਾ ਏਜੰਡਾ ਹੀ ਲਾਗੂ ਕਰ ਰਹੇ ਸੀ ਜੀ। ਔਰ ਇਹੀ ਹਾਲ ਜੇ ਤੁਸੀਂ ਬਾਕੀ ਲੈਵਲ ਦੇ ਉੱਤੇ ਵੀ ਦੇਖੋ ਤੇ ਇਹੀ ਏਜੰਡਾ ਸੀ ਉਹਨਾਂ ਦਾ। ਸੋ ਫਰਕ ਇੰਨਾ ਹੀ ਸੀ ਕਿ ਉਹਨਾਂ ਨੇ ਐਕਸਪਲਿਸਿਟਲੀ ਸੈਕੂਲਰਿਜ਼ਮ ਕਹਿ ਕੇ ਹਿੰਦੂਤਵਾ ਦੀ ਪੇਸ਼ਕਦਮੀ ਕਰਵਾਈ, ਔਰ ਇਹ ਸ਼ਰੇਆਮ ਨੰਗੇ ਧੜ ਹਿੰਦੂਤਵਾ ਦੇ ਏਜੰਡੇ ਥੱਲੇ ਬਾਕੀ ਸਾਰੇ ਨੂੰ ਜਿਹੜਾ ਨੇ ਤਾਂ ਸੈਕੂਲਰਿਜ਼ਮ ਲਫ਼ਜ਼ ਨੂੰ ਹੀ ਵਿਦੇਸ਼ੀ ਕਹਿੰਦੇ ਨੇ। ਉਹ ਕਹਿੰਦੇ ਹਿੰਦੂ ਸੰਸਕ੍ਰਿਤੀ ਹੈ, ਹਿੰਦੂ ਮੁਲਕ ਹੈ, ਇਸ ਜਿਹਨੇ ਰਹਿਣਾ ਉਹ ਹਿੰਦੂ ਹੈ। ਔਰ ਕੱਲਾ ਇਹੀ ਗੱਲ ਨਹੀਂ ਵੀ ਉਹਨਾਂ ਨੇ, ਗੋਲਵਲਕਰ ਨੇ ਇਹ ਗੱਲ ਕਹੀ, ਤੁਸੀਂ 1990s ਦੇ ਅਖੀਰ 'ਚ 1998 ਜਾਂ 97 'ਚ ਉਦੋਂ ਇਹ ਰਾਮ ਜੇਠ ਮਲਾਨੀ ਜਿਹੜਾ BJP ਦਾ ਰਾਜ ਸਭਾ ਮੈਂਬਰ ਵੀ ਸੀ, ਇੱਕ ਸਟੇਜ ਤੇ ਵਾਈਸ ਪ੍ਰੈਜ਼ੀਡੈਂਟ ਵੀ ਰਿਹਾ, ਉਹ ਸੁਪਰੀਮ ਕੋਰਟ 'ਚ ਕੇਸ ਲੈ ਗਿਆ ਸੀ। ਔਰ ਸੁਪਰੀਮ ਕੋਰਟ ਦਾ ਫੈਸਲਾ ਹੈ ਜਿਹਦੇ ਥੱਲੇ ਉਹਨੇ ਕਿਹਾ ਕਿ ਜਿਹੜਾ ਹਿੰਦੂ ਹੈ ਇਹ ਧਰਮ ਨਹੀਂ ਹੈ, ਵੇ ਆਫ ਲਾਈਫ ਹੈ। ਇਹਦਾ ਮਤਲਬ ਇਹ ਹੈ ਵੀ ਉਸ ਤੋਂ ਬਾਅਦ ਹਿੰਦੂਤਵਾ ਦੀ ਗੱਲ ਕਰਨ ਦੇ ਉੱਤੇ ਤਾਂ ਖੁੱਲ੍ਹੀ ਛੁੱਟੀ ਹੈ। ਉਹ ਜਿਹੜਾ ਇਲੈਕਸ਼ਨ ਕੋਡ ਹੈ ਜਿਹਦੇ 'ਚ ਇਲੈਕਸ਼ਨ 'ਚ ਕਿਹਾ ਗਿਆ ਹੈ, ਇਲੈਕਸ਼ਨ ਕੋਡ ਜਾਂ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਨਿਰਦੇਸ਼ ਨੇ ਕਿ ਤੁਸੀਂ ਧਰਮ ਦਾ ਇਸਤੇਮਾਲ ਨਹੀਂ ਕਰ ਸਕਦੇ ਵੋਟਾਂ ਲੈਣ ਲਈ, ਇਸ ਲਈ ਤੁਸੀਂ ਗੁਰਦੁਆਰੇ, ਚਰਚ, ਮਸਜਿਦ ਦੇ ਵਿੱਚ ਵੋਟਾਂ ਨਹੀਂ ਮੰਗ ਸਕਦੇ ਕਿਉਂਕਿ ਧਰਮ ਦੇ ਨਾਲ ਜੁੜਿਆ ਹੈ। ਪਰ ਜੇ ਮੰਦਿਰ 'ਚ ਖਲੋ ਕੇ ਜਾਂ ਪੁਜਾਰੀ ਬਣ ਕੇ ਮੋਦੀ ਵੋਟਾਂ ਮੰਗਦਾ ਹੈ ਜਾਂ ਉਹ ਕਹਿ ਕੇ ਮੁਸਲਮਾਨਾਂ ਦੇ ਖਿਲਾਫ, ਦੂਜਿਆਂ ਦੇ ਨਫ਼ਰਤ, ਤੇ ਉਹ ਹਿੰਦੂਤਵਾ ਹੈ, ਕਿਉਂਕਿ ਹਿੰਦੂਤਵਾ ਸੁਪਰੀਮ ਕੋਰਟ ਨੇ ਕਿਹਾ ਜੀ ਵੇ ਆਫ ਲਾਈਫ ਹੈ। ਉਹ ਪੁੱਛੇ ਸਿੱਖਿਜ਼ਮ ਕੀ ਆ, ਉਹ ਵੇ ਆਫ ਲਾਈਫ ਨਹੀਂ ਹੈ। ਔਰ ਇਹੀ ਕਾਰਨ ਸੀ ਕਿ ਅਕਾਲੀਆਂ ਨੂੰ ਫਿਕਰ ਪੈ ਗਿਆ, ਬਾਦਲਾਂ ਨੂੰ, ਕਿ ਜੀ ਇਹ ਤਾਂ ਸਾਨੂੰ ਇਹ ਬਾਹਰ ਹੀ ਨਾ ਕਰ ਦੇਣ, ਪਾਬੰਦੀ ਨਾ ਲਾ ਦੇਣ। ਉਹਨੇ ਪੰਜਾਬੀ ਪਾਰਟੀ ਆ ਜੋ ਮੁਸਲਮਾਨ ਵੀ, ਹਿੰਦੂ ਵੀ, ਈਸਾਈ ਵੀ, ਮੁਸਲਮਾਨ ਤਾਂ ਵਿਚਾਰੇ ਇੱਕ ਮਲੇਰਕੋਟਲੇ ਦੇ ਸੀ, ਇੱਕ ਸਟੇਜ ਤੇ ਬਾਦਲ ਦੇ 10 MLA ਜਿਹੜੇ ਚੇਨ ਸਮੋਕਰ, ਹਿੰਦੂ ਸਿਗਰਟਾਂ ਪੀਣ ਵਾਲੇ, ਉਹ ਅਕਾਲੀ ਦਲ ਦੇ ਥੱਲੇ ਲਿਆਂਦੇ। ਪਰ ਦੂਸਰੇ ਪਾਸੇ ਤੁਸੀਂ ਦੇਖੋਗੇ ਕਿ BJP ਦਾ ਕੋਈ MP ਮੁਸਲਮਾਨ ਨਹੀਂ ਜੀ, ਸਟੇਟਾਂ ਦੇ ਵਿੱਚ ਬਿਲਕੁਲ ਸਾਫ਼। ਇਹਦੇ ਬਾਵਜੂਦ ਕਿ 16% ਆਬਾਦੀ ਨੂੰ ਰਿਪਰੈਜ਼ੈਂਟ ਕਰਨ ਵਾਲੀ ਜਿਹੜੇ ਲੋਕ ਨੇ ਉਹਨਾਂ ਦੀ ਕੋਈ ਨੁਮਾਇੰਦਗੀ ਨਹੀਂ ਹੈ। ਸੋ ਇਹ ਹਾਲਾਂ ਬਹੁਤਿਆਂ ਨੂੰ ਲੱਗੇਗਾ ਕਿ ਜੀ ਜੇ ਮੁਲਾਜ਼ਮ ਜਾ ਗੱਲ ਇਹ ਨਹੀਂ ਹੈ, ਗੱਲ ਇਹ ਹੈ ਕਿ ਬਈ ਆਲਰੇਡੀ ਉਹਨਾਂ ਨੇ ਸਾਰੇ ਮੁਲਕ ਨੂੰ ਹਿੰਦੂਤਵਾ ਦੇ ਰੰਗ ਦੇ ਵਿੱਚ ਰੰਗਿਆ ਹੋਇਆ। ਇਕੱਲਾ ਜਦੋਂ ਅਸੀਂ ਰੰਗ 'ਚ ਰੰਗਿਆ ਕਹਿੰਦੇ ਹਾਂ, ਇਹ ਇੱਕ ਫਰੇਜ਼ ਨਹੀਂ ਹੈ। ਈਵਨ ਜਿਹੜੇ ਵਕਫ ਬੋਰਡ ਦੇ ਦਫ਼ਤਰ ਨੇ ਲਖਨਊ ਦੇ ਵਿੱਚ, UP ਦੀ ਰਾਜਧਾਨੀ, ਜਦੋਂ ਆਦਿੱਤਿਆਨਾਥ ਯੋਗੀ ਚੀਫ ਮਿਨਿਸਟਰ ਬਣਿਆ ਤੇ ਉਹਨੇ ਆਰਡਰ ਕੀਤਾ ਕਿ ਜੀ ਆ ਸਾਰੇ ਵਕਫ ਬੋਰਡ ਜਾਂ ਇਸਲਾਮਿਕ ਇੰਸਟੀਚਿਊਟਸ, ਇਹਨਾਂ ਦਾ ਰੰਗ ਜਿਹੜਾ ਹੈ ਬਾਹਰੋਂ ਭਗਵਾ ਕਰ ਦਿਓ। ਔਰ ਅੱਜ ਵੀ ਉਹ ਭਗਵੇ ਰੰਗ 'ਚ ਨੇ। ਸੋ ਉਹਨਾਂ ਨੇ ਵੈਸੇ ਵੀ ਹਿੰਦੂਤਵਾ ਦਾ ਰੰਗ ਚਾੜਿਆ ਤੇ ਅਦਰਵਾਈਜ਼ ਵੀ ਭਗਵੇ ਰੰਗ 'ਚ ਰੰਗਣ ਦੀ ਗੱਲ ਕੀਤੀ ਹੈ। ਹੁਣ ਇਸ ਸਭ ਦੇ ਚਲਦਿਆਂ ਹਿੰਦੂਤਵਾ ਦੀ ਗੱਲ, RSS ਦੇ ਹੁਣ ਸੈਂਟਰ ਮੁਲਾਜ਼ਮ ਵੀ ਜਿਹੜੇ ਨੇ ਉਹ ਸ਼ਾਮਲ ਹੋ ਸਕਦੇ ਨੇ। ਤੇ ਅੰਮ੍ਰਿਤਪਾਲ ਸਿੰਘ ਦਾ ਕੀ ਕਸੂਰ ਹੈ ਜਾਂ ਦੂਸਰੇ ਨੌਜਵਾਨ ਜਿਹੜੇ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਗੱਲ ਕਰਦੇ ਨੇ ਉਹਨਾਂ ਦਾ ਕੀ ਕਸੂਰ ਹੈ? ਕਿਉਂਕਿ ਹਾਲਾਂ ਜੇ ਹਿੰਦੂ ਨੂੰ ਵੇ ਆਫ ਲਾਈਫ ਸੁਪਰੀਮ ਕੋਰਟ ਨੇ ਮੰਨਿਆ, ਉਸੇ ਹੀ ਸੁਪਰੀਮ ਕੋਰਟ ਨੇ ਖਾਲਿਸਤਾਨ ਦੀ ਗੱਲ ਪੀਸਫੁਲ ਢੰਗ ਨਾਲ ਕਰਨ ਨੂੰ ਜਦੋਂ ਤੱਕ ਕੋਈ ਰਾਈਟਿੰਗ ਨਾ ਹੋਏ ਜਾਂ ਉਹਨੂੰ ਵੀ ਹੱਕ ਮੰਨਿਆ ਹੋਇਆ। ਇਹੀ ਕਾਰਨ ਹੈ ਸਿਮਰਨਜੀਤ ਸਿੰਘ ਮਾਨ ਜਾਂ ਉਹਨਾਂ ਦੀ ਪਾਰਟੀ ਇਸ ਦੀ ਗੱਲ ਕਰਦੀ ਹੈ। ਲੇਕਿਨ ਇਨ ਪ੍ਰੈਕਟਿਸ ਕੀ ਹੈ, ਉਹ ਜੁਡੀਸ਼ਰੀ ਉੱਥੇ ਤਾਂ ਉਹਨਾਂ ਨੇ ਉਸ ਹੱਦ ਤੱਕ ਲੈ ਗਏ ਨੇ ਕਿ ਭਾਈ ਉਹ ਟਿੰਮਾ ਰਾਜਸਥਾਨ ਦਾ ਜਿਹਦੇ ਤੇ ਉਹ ਕੇਸ ਕਿ ਜੀ ਉਹਨੇ ਅੰਮ੍ਰਿਤਪਾਲ ਸਿੰਘ ਦੀ ਸਹੁੰ ਚੁੱਕਦਿਆਂ ਦੇ ਨਾਂ ਥੱਲੇ ਜੋ ਵੀ
ਪੋਸਟ ਸੀ ਜਾਂ ਦੂਜੀ ਉਹਨੂੰ ਅੱਗੇ ਫਾਰਵਰਡ ਕੀਤਾ। ਜੀ। ਸੋ ਇਹ ਸਾਡੇ ਵੀਰਾਂ ਭੈਣਾਂ ਨੂੰ ਸਮਝਣਾ ਹੋਏਗਾ, ਗੱਲਾਂ ਉਹੀ ਨੇ, ਤੁਸੀਂ ਇਧਰੋਂ ਕਰ ਲਓ, ਘੁਮਾ ਕੇ ਇਧਰੋਂ ਕਰ ਲਓ, ਕਿ ਇਵੈਂਚੁਅਲੀ ਇਹਨਾਂ ਨੇ ਤੁਹਾਨੂੰ ਬਿਲਕੁਲ ਇਸ ਤਰੀਕੇ ਦੇ ਨਾਲ ਹਿੰਦੂਤਵਾ ਦੀ ਉਸ ਖੱਡ ਦੇ ਵਿੱਚ ਧੱਕਾ ਦੇ ਦਿੱਤਾ ਹੈ ਕਿ ਉਹ ਹੁਣ ਜਿਹੜੇ ਲੋਕ ਖੱਡ ਨੂੰ ਪਤਾ ਨਹੀਂ ਸਮਝਦੇ ਨੇ ਕਿ ਨਹੀਂ, ਪਹਾੜੀ ਖੇਤਰਾਂ ਦੇ ਵਿੱਚ ਜਾਂ ਪਹਾੜੀ ਇਲਾਕਿਆਂ 'ਚ ਨਦੀਆਂ, ਨਾਲੇ, ਦਰਿਆ ਇਹ ਤਾਂ ਵੱਡੇ ਨੇ, ਇੱਕ ਛੋਟੀ ਖੱਡ ਹੁੰਦੀ ਹੈ, ਉੱਥੇ ਬਹੁਤ ਵਾਰੀ ਜਿਹੜੇ ਬੱਸਾਂ ਦੇ ਐਕਸੀਡੈਂਟ ਹੁੰਦੇ ਨੇ ਖੱਡ ਦੇ ਵਿੱਚ, ਬੜਾ ਉਬੜ ਖਾਬੜ ਹੁੰਦੇ ਥੱਲੇ ਤੱਕ, ਭਾਵੇਂ ਪਾਣੀ ਉਹਦੇ 'ਚ ਬਹੁਤ ਜ਼ਿਆਦਾ ਨਹੀਂ ਹੁੰਦਾ, ਲੇਕਿਨ ਉਹ ਇੰਨੀ ਕੁ ਉਚਾਈ ਤੋਂ ਤੁਸੀਂ ਥੱਲੇ ਡਿੱਗਦੇ ਹੋ ਕਿ ਮੁੜ ਕੇ ਈਵਨ ਆਮ ਹਾਲਤ ਦੇ ਵਿੱਚ ਡਿੱਗੀ ਹੋਈ ਗੱਡੀ ਨੂੰ ਕ੍ਰੇਨ ਵੀ ਨਹੀਂ ਕੱਢ ਸਕਦੀ, ਉਹਦੀ ਵੀ ਕਿੰਨੀ ਕੁ ਲੰਬੀ ਤਾਰ ਹੁੰਦੀ ਹੈ, ਖੱਡਾਂ ਇੰਨੀਆਂ ਡੂੰਘੀਆਂ ਹੁੰਦੀਆਂ। ਸੋ ਤੁਹਾਨੂੰ ਉਹਨਾਂ ਨੇ ਉਸ ਖੱਡ ਦੇ ਵਿੱਚ ਧੱਕਾ ਦੇ ਦਿੱਤਾ ਹੋਇਆ ਹੈ ਕਿ ਜਿਹਦੇ 'ਚੋਂ ਅਸੀਂ ਆਲੇ ਦੁਆਲੇ ਦੇਖਦੇ ਹਾਂ ਕਿ ਭਾਈ ਸਾਡੇ ਕੋਲ ਕੋਈ ਬਚਣ ਦਾ ਚਾਂਸ ਨਹੀਂ ਹੈ। ਸੋ ਇਹੀ ਜੇ ਇੱਕੋ ਇੱਕ ਤਰੀਕਾ, ਇੱਕ ਤਾਂ ਇਹ ਹੈ ਕਿ ਇਹਨੂੰ ਗੁਲਾਮੀ ਨੂੰ ਕਬੂਲ ਕਰਕੇ ਫਿਰ ਉਹਨਾਂ ਵਾਂਗ ਜਿਹੜਾ ਉਹ ਉਹੀ ਕਾਬੜੀਏ ਬਣ ਜਾਓ, ਜਾਂ ਜਗਰਾਤੇ ਕਰਾਉਣ ਲੱਗ ਜਾਓ, ਜਾਂ ਮੰਦਰਾਂ 'ਚ ਜਾ ਕੇ ਘੰਟੀਆਂ ਵਜਾਓ, ਹਾਂਜੀ। ਔਰ ਇਹ ਗੱਲ ਮੈਂ ਹਾਲਾ ਜਿਹੜੀ ਸਾਡੇ ਹੁਣ ਵੀਕਐਂਡ ਦੇ ਉੱਤੇ ਗੁਰਦੁਆਰਾ ਸਿੰਘ ਸਭਾ ਕਾਟਰੇਟ ਜੰਗ ਸੀ ਔਰ 2 ਦਿਨ ਪ੍ਰੋਗਰਾਮ ਚੱਲਿਆ ਤੇ ਉਹਦੀ ਜਿਹੜੀ ਐਡ ਚੱਲ ਰਹੀ ਸੀ, ਉਹਦੇ 'ਚ ਬਿਗਨਿੰਗ ਦੇ ਵਿੱਚ ਹੀ ਸਰ ਭਰਪੂਰ ਸਿੰਘ ਬਲਬੀਰ ਉਹਨਾਂ ਦੀ ਤਕਰੀਰ ਦੀ ਇੱਕ ਲਾਈਨ ਸੀ ਜਿਹੜੀ ਉਹਨਾਂ ਨੇ ਮੰਜੀ ਸਾਹਿਬ ਦੀਵਾਨ ਹਾਲ 'ਚ ਐਡਰੈਸ ਕਰਦਿਆਂ ਕਿਹਾ ਸੀ ਕਿ ਵੀ ਸਾਨੂੰ ਜਿਹੜੀ ਹੈ ਮਾੜਾ ਫੜਾਈ ਜਾ ਰਹੀ ਹੈ, ਅਸੀਂ ਮਾੜਾ ਫੜ ਕੇ ਜਿਹੜਾ ਉਹ ਕਿਸੇ ਹਿੰਦੂਆਂ ਦੇ ਮੱਠ ਦੇ ਜਿਹੜਾ ਉਹ ਉਸ ਦਾ ਕੋਈ ਸ਼ਰਧਾਲੂ ਨਹੀਂ ਬਣਨਾ ਹੈ, ਅਸੀਂ ਰਾਜ ਕਰਨਾ। ਹੁਣ ਉਹਨਾਂ ਨੂੰ ਤੁਹਾਡੇ ਅਦਰਵਾਈਜ਼ ਸਿਮਰਨ ਨਾਲ ਜਾਂ ਤੁਹਾਡਾ ਦੂਜਾ ਪੱਖ ਜਿਹੜਾ ਤੁਸੀਂ ਜੋ ਮਰਜ਼ੀ ਕਰੋ, ਉਹਨਾਂ ਨੂੰ ਕੀ ਪ੍ਰੋਬਲਮ ਹੈ? ਹਾਂ, ਜਦੋਂ ਤੁਸੀਂ ਰਾਜ ਸ਼ਕਤੀ ਦੀ ਗੱਲ ਕਰੋਗੇ, ਪੋਲੀਟੀਕਲ ਪਾਵਰ ਦੀ ਗੱਲ ਕਰੋਗੇ, ਅਕਾਲ ਤਖਤ ਦੀ ਗੱਲ ਕਰੋਗੇ, ਸਿੱਖ ਸੋਵਰਨਿਟੀ ਦੀ ਗੱਲ ਕਰੋਗੇ, ਉਹ ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਭਾਈ ਨਹੀਂ, ਇਹ ਜਿਹੜੇ ਨੇ ਇਹ ਤਾਂ ਸਾਡੇ ਮੁਲਕ ਨੂੰ ਤੋੜਨ ਵਾਲੇ ਨੇ। ਸੋ ਇਹ ਹੁਣ ਸਿੱਖਾਂ ਦੇ ਸਾਹਮਣੇ ਹੈ, ਉਹ ਤਾਂ ਆਪਣੀ ਆਲਮੋਸਟ ਮੰਜ਼ਿਲ ਦੇ ਕਰੀਬ ਪਹੁੰਚੇ ਹੋਏ ਨੇ, ਔਰ ਮਾਈਨੋਰਿਟੀ ਗਵਰਨਮੈਂਟ ਹੋਣ ਦੇ ਬਾਵਜੂਦ ਵੀ ਜਦੋਂ ਉਹ ਇਸ ਕਿਸਮ ਦੇ ਫੈਸਲੇ ਲਾਗੂ ਕਰਦੇ ਨੇ, ਮੈਂ ਅਜੇ ਤੱਕ ਇੰਡੀਆ ਬਲਾਕ ਜਾਂ ਕਿਸੇ ਦੀ ਕੋਈ ਵਿਰੋਧੀ ਲਾਈਨ ਨਹੀਂ ਦੇਖੀ ਹੈ ਕਿ ਜੀ ਇਹ ਜਿਹੜਾ ਬੈਨ 1966 ਤੋਂ ਲੱਗਾ ਹੋਇਆ ਸੀ ਮੁਲਾਜ਼ਮਾਂ ਤੇ, ਐਸਾ ਕੀ ਪਾਰਟ ਹੈ ਕਿ ਭਾਈ ਇਹਨੂੰ ਜਿਹੜਾ ਉਹ ਖਤਮ ਕਰ ਦਿੱਤਾ ਗਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।